ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਅੱਜ ਅਸੀਂ ਜਪ ਬਾਣੀ ਦੀ ਨੈਕਸਟ ਪੌੜੀ 7ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਇਹ ਵਿਚਾਰ ਦੀ ਸੇਵਾ ਸਾਡੇ ਵੀਰ ਜੀ ਪ੍ਰਭ ਕੀਰਤਨ ਸਿੰਘ ਜੀ, ਜੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜਿਹਨੂੰ ਆਮ ਤੌਰ 'ਤੇ ਮੋਹਾਲੀ ਕਿਹਾ ਜਾਂਦਾ ਹੈ, ਉੱਥੋਂ ਸਾਡੇ ਨਾਲ ਸਾਂਝੀ ਕਰਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਣ ਤੱਕ ਅਸੀਂ ਰਲ ਮਿਲ ਕੇ 6 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 7ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਓ ਇਸ ਪੌੜੀ ਦਾ ਸੰਪੂਰਨ ਰੂਪ ਵਿੱਚ ਪਾਠ ਕਰ ਲਈਏ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਗੁਰੂ ਪਿਆਰਿਓ, ਜਿਵੇਂ ਆਪਾਂ ਪਹਿਲਾਂ 6 ਪੌੜੀਆਂ ਦੀ ਵਿਚਾਰ ਕੀਤੀ ਹੈ, ਉਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ 7ਵੀਂ ਪੌੜੀ ਦੀ ਵੀ ਵਿਚਾਰ ਕਰੀਏ। ਜੋ ਪਹਿਲੀ ਪੰਕਤੀ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਯੁੱਗ, ਜਿਵੇਂ ਕਿ ਆਪ ਸਾਰੇ ਜਾਣਦੇ ਹੋ, ਸਮੇਂ ਦੀ ਵੰਡ ਸਨਾਤਨ ਧਰਮ ਦੇ ਵਿੱਚ, ਸਨਾਤਨ ਫਲਸਫੇ ਦੇ ਵਿੱਚ ਕੀਤੀ ਗਈ ਹੈ। ਇਹ ਇੱਕ ਬੜੀ ਲੰਬੀ ਵੰਡ ਹੁੰਦੀ ਹੈ। 4 ਯੁੱਗਾਂ ਦੇ ਵਿੱਚ ਵੰਡਿਆ ਗਿਆ ਹੈ, ਸਤਯੁਗ, ਤ੍ਰੇਤਾ, ਦੁਆਪਰ, ਤੇ ਜਿਵੇਂ ਜਿਹੜਾ ਕਿਹਾ ਜਾਂਦਾ ਹੈ ਕਿ ਹੁਣ ਚੱਲ ਰਿਹਾ ਹੈ ਉਹ ਕਲਯੁਗ। ਤੇ ਇਹਨਾਂ ਦੀ ਲੰਬੀ ਉਮਰ ਬੜੀ ਰੱਖੀ ਗਈ ਹੈ। ਆਪਾਂ ਡਿਟੇਲ ਵਿੱਚ ਨਾ ਜਾਈਏ, ਇੱਕ ਮੋਟੇ ਤੌਰ ਤੇ ਹੀ ਦੇਖ ਲਈਏ ਕਿ ਕਲਯੁਗ ਦੀ ਉਮਰ, ਜੋ ਇਹਦੀ ਅਵਧੀ ਹੈ, ਉਹ 1,32,000 ਸਾਲ ਦੇ ਬਰਾਬਰ ਗਿਣੀ ਗਈ ਹੈ। ਤੇ ਜੇ ਸਾਰੇ ਯੁੱਗਾਂ ਦਾ ਕੁੱਲ ਮਿਲਾ ਲਈਏ ਤਾਂ 43,20,000 ਸਾਲ ਤਕਰੀਬਨ ਬਣ ਜਾਂਦਾ। ਹੁਣ ਇਹ ਜਿਹੜੀ ਗਿਣਤੀ ਹੈ, ਇਹ ਤਾਂ ਲਗਭਗ ਇੱਕ ਇਨਸਾਨ ਦੀ ਜ਼ਿੰਦਗੀ ਹੋਣੀ ਅਸੰਭਵ ਵਰਗੀ ਗੱਲ ਹੈ। ਪਰ ਸਤਿਗੁਰਾਂ ਨੇ ਇਹ ਇੱਕ ਐਕਸਪ੍ਰੈਸ਼ਨ ਬਣ ਗਿਆ ਹੈ ਕਿ ਜਿਸ ਤਰ੍ਹਾਂ ਅਸੀਸਾਂ ਵੀ ਦਿੱਤੀਆਂ ਜਾਂਦੀਆਂ ਹਨ, ਯੁੱਗ ਯੁੱਗ ਜੀਓ, ਤੇ ਉਹ ਵੀ ਇੱਕ ਪ੍ਰੈਕਟੀਕਲੀ ਇੰਪੋਸੀਬਲ ਗੱਲ ਹੈ ਕਿ ਕਿਸੇ ਬੰਦੇ ਦੀ, ਚਲੋ ਯੁੱਗ ਯੁੱਗ ਦੀ ਤਾਂ ਗੱਲ ਛੱਡੋ, ਇੱਕ ਯੁੱਗ ਵੀ ਜੀਣਾ ਕਿਸੇ ਲਈ ਮੁਮਕਿਨ ਨਹੀਂ ਹੋ ਸਕਦਾ। ਜਦੋਂ ਕਿ ਇਨਸਾਨ ਦੀ ਆਪਣੀ ਜੋ ਉਮਰ ਹੈ ਉਹ ਵੱਧ ਤੋਂ ਵੱਧ 100 ਸਾਲ ਹੁੰਦੀ ਹੈ, ਤੇ 4,32,000 ਦੀ ਅਸੀਸ ਦੇ ਦੇਣੀ
तो ये एक मुहावरे के तौर पर सानू इन्हू समझना चाहिए है कि चारे युग आरजा जिहड़ी है, युग चारे आरजा है, इसका केवल इतना ही आपां नू मतलब लेना चाहिए है कि बहुत लंबी उम्र हो जाए, बहुत बहुत लंबी उम्र हो जाए, जिन्नी कि आम बंदियां दी उम्र नालों किते ज़्यादा हो। तो सतगुरु कहते हैं कि जे कोई व्यक्ति ਉਹਦੀ उम्र बहुत लंबी हो जाए, बहुत लंबी भी की, उस तो भी होर 10 गुणा आपां गिनीए। भाव कहण तो कि बहुत बहुत लंबी उम्र भी ਉਹਦੀ हो जाए ਤੇ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ। ਧਰਤੀ ਦੇ 9 ਹਿੱਸੇ 9 ਖੰਡ ਮੰਨੇ ਗਏ ਹਨ। तो नवा खंडां ਦਾ अर्थ हो गया कि पूरी धरती ਦੇ ਵਿੱਚ ਜਾਣੀ ਹੈ ਭਾਵ ਉਹ ਪ੍ਰਸਿੱਧ ਹੋਵੇ। ਉਹ ਜਿੱਥੇ ਵੀ ਜਾਵੇ ਜਾਂ ਜਿੱਥੇ ਵੀ ਗੱਲ ਕੀਤੀ ਜਾਵੇ, ਹਰ ਬੰਦਾ ਇਸ ਦੁਨੀਆ ਦਾ ਉਹਨੂੰ ਜਾਣਦਾ ਹੋਵੇ, ਉਹ ਪ੍ਰਸਿੱਧ ਹੋਵੇ, ਇੰਨਾ ਵੈਲ ਨੋਨ ਹੋਵੇ ਕਿ ਉਹਦੀ ਕਿਤੇ ਵੀ ਗੱਲ ਹੋਵੇ ਤੇ ਉਹਦੇ ਬਾਰੇ ਪਤਾ ਹੋਵੇ। ਤੇ ਨਾਲ ਚੱਲੇ ਸਭ ਕੋਏ। ਨਾਲ ਚੱਲੇ ਸਭ ਕੋਏ ਦਾ ਅਰਥ ਇਹ ਹੈ ਕਿ ਜਦੋਂ ਉਹ ਕਿਤੇ ਜਾਣ ਲਈ ਨਿਕਲੇ, ਸੜਕ ਤੇ ਤੁਰੇ ਜਾਂ ਕਿਸੇ ਤਰ੍ਹਾਂ ਚੱਲੇ, ਤਾਂ ਉਸ ਦੀ ਜੋ ਰੈਪੂਟੇਸ਼ਨ ਹੈ, ਉਸ ਦੀ ਪ੍ਰਸਿੱਧੀ ਹੈ ਜਾਂ ਉਸ ਦਾ ਸਤਿਕਾਰ ਕਹਿ ਲਈਏ, ਇਤਨਾ ਹੋਵੇ ਕਿ ਸਾਰੇ ਉਹਦੇ ਨਾਲ ਤੁਰ ਪਏ। ਜਿਵੇਂ ਕਿ ਅਸੀਂ ਆਮ ਆਪਣੀ ਜ਼ਿੰਦਗੀ 'ਚ ਵੀ ਦੇਖਦੇ ਹਾਂ ਕਿ ਜਦੋਂ ਕੋਈ ਅਖੌਤੀ ਵੱਡਾ ਬੰਦਾ, ਕੋਈ ਮਿਨਿਸਟਰ, ਕੋਈ ਚੀਫ ਮਿਨਿਸਟਰ, ਕੋਈ MP, ਕੋਈ MLA, ਇਸ ਤਰ੍ਹਾਂ ਦੇ ਲੋਕ ਸਾਡੇ ਗਲੀਆਂ ਮੁਹੱਲਿਆਂ 'ਚ ਆਉਂਦੇ ਹਨ, ਤੇ ਉਹ ਵੈਸੇ ਤਾਂ ਇਕੱਲੇ ਆਉਂਦੇ ਹੀ ਨਹੀਂ, ਪਰ ਜੇ ਕੋਈ ਇਕੱਲਾ ਆ ਵੀ ਜਾਵੇ ਤੇ ਉੱਥੇ ਬੰਦੇ ਇਕੱਠੇ ਹੋ ਜਾਂਦੇ ਹਨ, ਉਹਨਾਂ ਦੇ ਨਾਲ ਜਿੱਧਰ ਜਾਂਦੇ ਹਨ ਉਹਦੇ ਨਾਲ ਉਹਨਾਂ ਦੇ ਚੱਲਦੇ ਹਨ। ਕਾਰਨ ਕੀ ਹੈ ਕਿ ਹਰ ਕੋਈ ਬੰਦਾ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦਾ, ਜਾਂ ਇਉਂ ਸਮਝ ਲਓ ਕਿ ਜਿਵੇਂ ਖੁਸ਼ਾਮਦੀ ਹੁੰਦੇ ਨੇ, ਇਸ ਤਰੀਕੇ ਦੇ ਨਾਲ ਲੋਕ ਨਾਲ ਤੁਰ ਪੈਂਦੇ ਨੇ, ਭਾਵੇਂ ਆਪਣੇ ਮਤਲਬ ਨੂੰ ਤੁਰਨ, ਲੇਕਿਨ ਉਹ ਸ਼ੋਅ ਇਸ ਤਰ੍ਹਾਂ ਕਰਦੇ ਨੇ ਵੀ ਜਿਵੇਂ ਅਸੀਂ ਤੇਰਾ ਬੜਾ ਸਤਿਕਾਰ ਕਰਦੇ ਹਾਂ। तो कहने तो भाव यह है कि नवां खंडां विच जाणीए नाल चलै सब कोए, कि ਉਹਦੀ ਪ੍ਰਸਿੱਧੀ ਪੂਰੇ ਸੰਸਾਰ ਦੇ ਵਿੱਚ ਹੋਵੇ, ਉਹ ਇਤਨਾ ਕੁ ਇਨਫਲੂਐਂਸ਼ੀਅਲ ਹੋਵੇ ਕਿ ਹਰ ਵਿਅਕਤੀ ਉਹਨੂੰ ਖੁਸ਼ ਕਰਨ ਲਈ, ਉਹਦੀ ਖੁਸ਼ਾਮਦ ਕਰਨ ਲਈ ਉਹਦੇ ਨਾਲ ਤੁਰਦਾ ਹੋਵੇ। ਭਾਵ ਜਦੋਂ ਵੀ ਕਿਤੇ ਨਿਕਲੇ ਤੇ ਉਹ ਇਕੱਲਾ ਨਾ ਨਿਕਲੇ, ਉਹਦੇ ਨਾਲ ਹੀ ਬਹੁਤ ਸਾਰੇ ਉਹਦੇ ਚੇਲੇ ਚਾਟੜੇ, ਉਹਦੇ ਖੁਸ਼ਾਮਦੀ, ਉਹਦੇ ਤੁਰਦੇ ਫਿਰਨ, ਜੋ ਉਹਦਾ ਰੁਤਬਾ ਦਰਸਾਉਣ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ। ਹੁਣ ਚੰਗਾ ਨਾਉ ਰਖਾਏ ਕੈ ਭਾਵ ਉਹਦਾ ਬੜਾ ਨਾਮਣਾ ਹੋਵੇ ਦੁਨੀਆ ਦੇ ਵਿੱਚ, ਬਈ ਉਹ ਇਹ ਕੰਮ ਕਰ ਸਕਦਾ ਹੈ, ਉਹਦੀ ਸ਼ੋਭਾ ਇਹ ਹੈ। ਇਸ ਤਰੀਕੇ ਦੇ ਨਾਲ ਉਹ ਪੂਰੀ ਦੁਨੀਆ ਦੇ ਵਿੱਚ ਉਹਦਾ ਜਸ ਹੋਵੇ। ਜਸ ਦਾ ਭਾਵ ਸ਼ੋਭਾ, ਤੇ ਕੀਰਤ ਦਾ ਭਾਵ ਵੀ ਸ਼ੋਭਾ ਹੈ। ਤੇ ਇਸ ਜਗਤ ਦੇ ਵਿੱਚ ਉਹਦੀ ਬਹੁਤ ਸ਼ੋਭਾ ਹੋਵੇ। ਲੈ ਤੋਂ ਭਾਵ ਹੈ ਖੱਟ ਲੈ, ਭਾਵ ਉਹ ਇਹੋ ਜਿਹੇ ਕੰਮ ਕਰੇ ਜਿਹੜੇ ਆਮ ਸੰਸਾਰਿਕ ਦੁਨੀਆ ਦੇ ਵਿੱਚ ਸਤਿਕਾਰ ਦਿਵਾਉਂਦੇ ਹਨ। ਕਹਿਣ ਤੋਂ ਭਾਵ ਇਹ ਕਿ ਉਹ ਉਹੋ ਜਿਹੇ ਕੰਮ ਕਰੇ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਸਤਿਕਾਰ ਬਣ ਜਾਵੇ, ਉਹ ਸਤਿਕਾਰ ਖੱਟ ਲਵੇ, ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਇਹੋ ਜਿਹਾ ਮਿਲਵਰਤਨ ਬਣਾ ਕੇ ਰੱਖੇ ਕਿ ਉਹ ਸਾਰਾ ਜੋ ਹੈ ਉਹਦਾ ਸਤਿਕਾਰ ਬਣ ਜਾਵੇ। ਹੁਣ ਇੱਥੇ ਸਤਿਗੁਰੂ ਜੀ ਜੋ ਸਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨੂੰ ਸਮਝਣ ਦਾ ਥੋੜ੍ਹਾ ਜਿਹਾ ਯਤਨ ਕਰੀਏ। ਇਸ ਤੋਂ ਪਹਿਲੀਆਂ 2 ਪੌੜੀਆਂ ਦੇ ਵਿੱਚ ਸਤਿਗੁਰਾਂ ਨੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਜਾਂ ਤਰ੍ਹਾਂ ਤਰ੍ਹਾਂ ਦੀ ਪੂਜਾ ਤੇ ਹੋਰ ਕਰਮ ਕਾਂਡ ਆਦਿ, ਜਿਵੇਂ ਕਿ ਤੀਰਥ ਇਸ਼ਨਾਨ ਜਾਂ ਹੋਰ ਇਸ ਤਰ੍ਹਾਂ ਦੇ ਹੋਰ ਸੰਬੰਧਿਤ ਜਿਹੜੇ ਕਰਮ ਕਾਂਡ ਨੇ, ਉਹਨਾਂ ਦੀ ਨਿਸਫਲਤਾ, ਉਹ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਗੁਰੂ ਸਾਹਿਬ ਨੇ ਇਹ ਸਾਨੂੰ ਦੱਸਿਆ। ਹਾਂ, ਜੇ ਐਸਾ ਕਰਨ ਦੇ ਨਾਲ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆ ਜਾਏ ਤਾਂ ਫਿਰ ਤਾਂ ਹਰ ਕੰਮ ਕੀਤਾ ਸਫਲ ਹੈ। ਪਰ ਅਸਲੀਅਤ ਦੇ ਵਿੱਚ ਜਦੋਂ ਅਸੀਂ ਇਹਨਾਂ ਕੰਮਾਂ ਦੇ ਵਿੱਚ ਪੈਂਦੇ ਹਾਂ ਤਾਂ ਆਮ ਤੌਰ ਤੇ ਇਹੀ ਹੁੰਦਾ ਹੈ ਕਿ ਇਹ ਬਾਹਰੀ ਤੌਰ ਦੇ ਉੱਤੇ ਸਾਡੇ ਜੀਵਨ ਦੇ ਉੱਤੇ ਅਸਰ ਪਾਉਂਦੇ ਹਨ। ਤਰ੍ਹਾਂ ਤਰ੍ਹਾਂ ਦੀ ਪੂਜਾ, ਤੀਰਥ ਇਸ਼ਨਾਨ, ਦਾਨ ਪੁੰਨ ਇਤਿਆਦਿਕ ਜੋ ਵੀ ਅਸੀਂ ਕਰਮ ਕਰਦੇ ਹਾਂ,
ਉਹ ਸਾਡਾ ਅਮਲੀ ਜੀਵਨ ਨਹੀਂ ਬਦਲਦੇ। ਉਹਨਾਂ ਨੂੰ ਅਸੀਂ ਕਰਮ ਕਾਂਡ ਦੀ ਤਰ੍ਹਾਂ ਵਰਤਦੇ ਹਾਂ ਕਿ ਇਹ ਕੰਮ ਕੀਤਾ ਤੇ ਮੈਨੂੰ ਉਹਦਾ ਪੁੰਨ ਮਿਲ ਗਿਆ, ਇਹ ਕੰਮ ਕੀਤਾ ਤੇ ਮੇਰੇ ਪਾਪਾਂ ਦਾ ਨਾਸ਼ ਹੋ ਗਿਆ। ਤਾਂ ਇਹ ਜਿਸ ਤਰੀਕੇ ਦੇ ਨਾਲ ਬਣੇ ਹਨ, ਇਹਨਾਂ ਦੇ ਨਾਲ ਅਕਸਰ ਇਨਸਾਨ ਦਾ ਐਟੀਟਿਊਡ ਇਹੀ ਹੁੰਦਾ ਹੈ ਕਿ ਇਹ ਕੋਈ ਕੰਮ ਦਾ ਕਰਾਉਣ ਦਾ ਜਾਂ ਕਿਸੇ ਕੰਮ ਤੋਂ, ਪਾਪ ਤੋਂ, ਮਾੜੇ ਕੰਮ ਤੋਂ ਛੁਟਕਾਰਾ ਪਾਉਣ ਦਾ ਇੱਕ ਬੜਾ ਕੁਇਕ ਫਿਕਸ ਸੋਲੂਸ਼ਨ ਹੈ ਕਿ ਕਿਤੇ ਮਾਇਆ ਅਰਪਣ ਕਰ ਦਿਓ, ਕਿਤੇ ਜਾ ਕੇ ਇਸ਼ਨਾਨ ਕਰ ਲਵੋ, ਜਾਂ ਇਸ ਤਰੀਕੇ ਦੇ ਜਿਹੜੇ ਕਰਮ ਕਾਂਡ ਨੇ ਉਹ ਕਰ ਲਵੋ। ਹੁਣ ਜਾਂ ਤਾਂ ਇਹ ਸਿਰਫ ਅਸੀਂ ਇਹਨੂੰ ਵੱਧ ਤੋਂ ਵੱਧ ਇਹ ਕਹਿ ਸਕਦੇ ਹਾਂ ਕਿ ਇਹ ਜਿਵੇਂ ਕਿ ਵਾਹਿਗੁਰੂ ਦੀ, ਅਕਾਲ ਪੁਰਖ ਦੀ, ਰੱਬ ਦੀ ਖੁਸ਼ਾਮਦ ਕਰਕੇ ਉਹਦੇ ਕੋਲੋਂ ਕੋਈ ਫੇਵਰ ਲੈਣੀ ਹੋਵੇ ਕਿ ਭਾਈ ਮੈਂ ਇਹ ਕੰਮ ਕੀਤਾ ਤੇ ਤੂੰ ਮੇਰਾ ਇਹ ਕੰਮ ਕਰ ਦੇ, ਮੈਂ ਇਹ ਕਰਮ ਕਾਂਡ ਕੀਤਾ ਤੇ ਮੇਰਾ ਕੋਈ ਕੰਮ ਹੋ ਜਾਵੇ, ਜਾਂ ਮੇਰੇ ਕਿਸੇ ਗੁਨਾਹ ਤੋਂ ਮੈਨੂੰ ਛੁਟਕਾਰਾ ਮਿਲ ਜਾਵੇ। ਤਾਂ ਇਹ ਇੱਕ ਖੁਸ਼ਾਮਦ ਵਰਗਾ ਇੱਕ ਕੁਇਕ ਫਿਕਸ ਸੋਲੂਸ਼ਨ ਦੀ ਤਰ੍ਹਾਂ ਇਹ ਕੰਮ ਕਰਦੇ ਨੇ। ਇੰਨਾ ਹੀ ਨਹੀਂ, ਇਹ ਕਈ ਵਾਰੀ ਤਾਂ ਧੋਖਾ ਦੇਣ ਵਾਲੀ ਗੱਲ ਵੀ ਹੋ ਜਾਂਦੀ ਹੈ। ਸਤਿਗੁਰਾਂ ਨੇ ਬੜੀ ਸੁੰਦਰ ਪੰਕਤੀਆਂ ਲਿਖੀਆਂ ਨੇ ਕਿ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਾਏ ਕਹੈ ਸਭ ਉਤਰੇ, ਬੌਰ ਕਮਾਵੇਂ ਹੋਏ ਨਿਸ਼ੰਕ, ਜੰਪੁਰ ਬਾਂਧ ਖਰੇ ਕਾਲ। ਹੁਣ ਹੁੰਦਾ ਕੀ ਹੈ ਕਿ ਪਾਪ ਕੀਤੇ ਪੰਜ ਔਗਣਾਂ ਦੇ ਵਸ ਵਿੱਚ ਹੋ ਕੇ, ਪਰ ਤੀਰਥ ਨਾਤਾ ਤੇ ਆਪਣੇ ਮਨ ਨੂੰ ਤਸੱਲੀ ਦੇ ਲਈ ਇਹ ਡਿਕਲੇਅਰ ਕਰ ਦਿੱਤਾ ਕਿ ਅੱਜ ਮੇਰੇ ਸਾਰੇ ਪਾਪ ਜਿਹੜੇ ਨੇ ਉਹ ਧੋਤੇ ਗਏ। ਪਰ ਇਹ ਧੋਤੇ ਗਏ ਜਾਂ ਨਹੀਂ ਧੋਤੇ ਗਏ ਉਹ ਤਾਂ ਬਾਅਦ ਦੀ ਗੱਲ ਹੈ, ਉਹ ਤਾਂ ਦਲੀਲ ਦੀ ਗੱਲ ਹੋ ਸਕਦੀ ਹੈ। ਪਰ ਇੱਕ ਗੱਲ ਪੱਕੀ ਹੈ ਕਿ ਜਦੋਂ ਬੰਦੇ ਨੂੰ ਖੁਦ ਨੂੰ ਇਹ ਯਕੀਨ ਹੋ ਜਾਏ ਕਿ ਹੁਣ ਮੇਰੇ ਪਾਪ ਧੋਤੇ ਗਏ ਨੇ, ਤਾਂ ਉਸ ਤੋਂ ਬਾਅਦ ਇਹ ਅਵਸਥਾ ਕੁਦਰਤੀ ਤੌਰ ਤੇ ਆ ਜਾਂਦੀ ਹੈ ਕਿ ਬੌਰ ਕਮਾਵੇਂ ਹੋਏ ਨਿਸ਼ਾਨ। ਫਿਰ ਉਹ ਪਾਪ ਕਰਨ ਲੱਗਿਆ ਉਹਨੂੰ ਸੰਗ ਨਹੀਂ ਆਉਂਦੀ, ਉਹਦਾ ਜੀਵਨ ਪਾਪ ਦੇ ਨਾਲ ਹੋਰ ਭਰ ਜਾਂਦਾ ਹੈ, ਕਿਉਂਕਿ ਉਹਨੂੰ ਇਹ ਤਸੱਲੀ ਹੋ ਗਈ ਕਿ ਮੈਂ ਜਿੰਨੇ ਮਰਜ਼ੀ ਪਾਪ ਕਰ ਲਵਾਂ, ਇੱਕ ਤੀਰਥ ਦਾ ਇਸ਼ਨਾਨ ਕੀਤਾ ਤੇ ਮੇਰੇ ਪਾਪ ਉਤਰ ਗਏ। ਤਾਂ ਫਿਰ ਇਹਦੇ 'ਚ ਉਹਨੂੰ ਕੋਈ ਦੁਚਿੱਤੀ ਨਹੀਂ ਰਹਿੰਦੀ, ਉਹ ਪਾਪ ਕਰਨ ਲੱਗਿਆ ਨਹੀਂ ਸੋਚਦਾ, ਬਿਲਕੁਲ ਬੇਸ਼ਰਮ ਹੋ ਕੇ ਪਾਪ ਕਰਦਾ ਹੈ। ਤੇ ਸਤਿਗੁਰ ਅੱਗੋਂ ਕਹਿੰਦੇ ਹਨ ਕਿ ਜੰਪੁਰ ਬਾਂਧ ਖਰੇ ਕਾਲਾ। ਪਰ ਐਸਾ ਜੋ ਕਰਮ ਕਾਂਡ ਕਰਨ ਦੇ ਨਾਲ ਮਨੁੱਖ ਦਾ ਜੀਵਨ ਸੰਵਰਦਾ ਨਹੀਂ। ਮਨੁੱਖ ਦਾ ਜੀਵਨ ਉਦੋਂ ਹੀ ਸੰਵਰਦਾ ਹੈ ਕਿ ਜਦੋਂ ਅਸੀਂ ਉਸ ਦੀ ਨਜ਼ਰ ਦੇ ਪਾਤਰ ਬਣ ਜਾਂਦੇ ਹਾਂ, ਉਹਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਾਂ। ਅਸੀਂ ਹੁਣ ਕਾਰਨ ਇਹ ਹੋ ਗਿਆ ਧਾਰਮਿਕ ਕਰਨ ਦੀ ਪਿੱਛੇ ਸਾਡੀ ਸਾਈਕੋਲੋਜੀ ਕੀ ਹੈ ਕਿ ਜਿਸ ਤਰ੍ਹਾਂ ਅਸੀਂ ਕਿਸੇ ਵੱਡੇ ਬੰਦੇ, ਰਾਜੇ ਮਹਾਰਾਜੇ, ਮਨਿਸਟਰ ਆਦਿਕ ਦੇ ਅਸੀਂ ਉਹਦੀ ਫੇਵਰ ਲੈਣੀ ਹੋਵੇ ਤਾਂ ਅਸੀਂ ਉਹਦੀ ਖੁਸ਼ਾਮਦ ਕਰਦੇ ਹਾਂ ਤੇ ਉਹ ਸਾਡੇ ਤੇ ਮਿਹਰ ਕਰ ਵੀ ਦਿੰਦਾ ਹੈ। ਉਹਦੀ ਮਿਹਰ ਖੁਸ਼ਾਮਦ ਕਰਨ ਨਾਲ ਕਿਉਂ ਮਿਲ ਜਾਂਦੀ ਹੈ? ਕਿਉਂਕਿ ਉਹਦੀ ਮਿਹਰ ਜਿਹੜੀ ਹੈ ਉਹ ਬਿਲਕੁਲ ਬੇਨਿਯਮੀ ਤੇ ਆਪ ਹੁਦਰੀ ਹੁੰਦੀ ਹੈ। ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਇੱਕ ਠੀਕ ਬੰਦੇ ਦੇ ਉੱਤੇ ਕਿਰਪਾ ਕਰਨੀ ਹੈ, ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹਨੇ ਆ ਕੇ ਮੰਗ ਲਈ, ਖੁਸ਼ਾਮਦ ਕਰ ਲਈ, ਮੇਰੀ ਸ਼ਰਤ ਪੂਰੀ ਕਰ ਲਈ, ਉਹਨੂੰ ਉਹਦੇ ਉੱਤੇ ਉਹਨਾਂ ਲੋਕਾਂ ਨੇ ਮਿਹਰ ਕਰ ਦੇਣੀ ਹੈ। ਇਹ ਇੱਕ ਐਸੀ ਸਾਈਕੋਲੋਜੀ ਹੈ ਜੋ ਮਨੁੱਖ ਦਾ ਜੀਵਨ ਜੋ ਹੈ ਅੱਗੋਂ ਹੋਰ ਵਿਗਾੜਦੀ ਹੈ। ਪਰ ਅਕਾਲ ਪੁਰਖ ਦੀ ਮਿਹਰ ਇਸ ਤਰ੍ਹਾਂ ਨਹੀਂ ਮਿਲਦੀ। ਦੁਨਿਆਵੀ ਮਿਹਰ ਜਿਹੜੀ ਹੈ ਉਹ ਆਪ ਉਦਰੀ ਇਸ ਕਰਕੇ ਹੁੰਦੀ ਹੈ ਕਿਉਂਕਿ ਉਹਨਾਂ ਦੇ ਆਪਣੇ ਅੰਦਰ ਬੜੀਆਂ ਕਮੀਆਂ ਹੁੰਦੀਆਂ ਹਨ, ਕਮਜ਼ੋਰੀਆਂ ਹੁੰਦੀਆਂ ਹਨ, ਔਗਣ ਹੁੰਦੇ ਹਨ, ਤੇ ਉਹਨਾਂ ਨੂੰ ਇਹ ਖੁਸ਼ਾਮਦਾਂ ਚੰਗੀਆਂ ਲੱਗਦੀਆਂ ਹਨ। ਪਰ ਅਕਾਲ ਪੁਰਖ ਤੇ ਗੁਣਾਂ ਦਾ ਖਜ਼ਾਨਾ ਹੈ, ਉਹਦੇ ਵਿੱਚ ਕੋਈ ਕਮਜ਼ੋਰੀ ਜਾਂ ਔਗਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਉਹਦੇ ਅੱਗੇ ਇਹ ਖੁਸ਼ਾਮਦੀ ਢੰਗ ਜਿਹੜਾ ਉਹ ਕਦੀ ਕੰਮ ਨਹੀਂ ਕਰ ਸਕਦਾ। ਰੱਬੀ ਮਿਹਰ ਤਾਂ ਉਹਦੇ ਨਿਯਮ ਦੇ ਮੁਤਾਬਕ ਹੀ ਮਿਲ ਸਕਦੀ ਹੈ। ਜੋ ਉਸ ਦਾ ਹੁਕਮ ਹੈ, ਜੋ ਉਸ ਦਾ ਸਿਸਟਮ ਹੈ, ਜੋ ਉਸ ਦਾ ਆਰਡਰ ਹੈ, ਉਹਦੇ ਮੁਤਾਬਕ ਹੀ ਮਿਲ ਸਕਦੀ ਹੈ। ਤੇ ਉਹਦਾ ਸਿਸਟਮ ਇਹ ਹੀ ਹੈ ਕਿ ਅਕਾਲ ਪੁਰਖ ਦੀ ਮਿਹਰ ਉਸੇ ਤੇ ਹੋ ਜਾਏਗੀ, ਉਸੇ ਤੇ ਹੋ ਸਕਦੀ ਹੈ ਜਿਹਦਾ ਅਮਲੀ ਜੀਵਨ ਚੰਗਾ ਹੋਵੇ, ਨਾ ਕਿ ਉਹਨੇ ਕੋਈ ਕਰਮ ਕਾਂਡ, ਇਸ਼ਨਾਨ ਜਾਂ ਕੁਝ ਹੋਰ ਕੀਤਾ ਹੋਵੇ, ਜਾਂ ਕੋਈ ਚਲੀਏ ਕੱਟੇ ਹੋਣ, ਜਾਂ ਕਿਸੇ ਵੀ ਕਿਸਮ ਦੇ ਕਰਮ ਕਾਂਡ ਦਾ ਉਹਦੇ ਤੇ ਕੋਈ ਅਸਰ ਨਹੀਂ ਹੋ ਸਕਦਾ। ਕਿਉਂਕਿ ਉਹਦਾ ਤੇ ਪਰਪਸ ਹੀ ਇਹ ਹੈ ਕਿ ਸਾਨੂੰ ਪਹਿਲੇ ਤੋਂ ਬਿਹਤਰ ਇਨਸਾਨ ਬਣਿਆ ਉਹ ਦੇਖਣਾ ਚਾਹੁੰਦਾ ਹੈ। ਸਾਨੂੰ ਉਹ ਚਾਹੁੰਦਾ ਹੈ ਕਿ ਅਸੀਂ ਦੁਨੀਆ ਦੇ ਭਾਰ ਨਾ ਬਣ ਕੇ ਦੁਨੀਆ ਨੂੰ ਕੁਝ ਕੰਟਰੀਬਿਊਟ ਕਰੀਏ। ਤਾਂ ਇਸ ਤਰੀਕੇ ਦੇ ਨਾਲ ਹੁਣ ਹੁੰਦਾ ਕੀ ਹੈ
ਕਿ ਉਹ ਇਨਸਾਨ ਇਸੇ ਢੰਗ ਦੇ ਨਾਲ ਅਕਾਲ ਪੁਰਖ ਦੀ ਮਿਹਰ ਲੈਣੀ ਚਾਹੁੰਦਾ। ਇਹ ਚੀਜ਼ਾਂ ਤਾਂ ਉਹਨਾਂ ਨੇ ਸਮਝਾ ਦਿੱਤੀਆਂ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਡਾ ਕੁਝ ਨਹੀਂ ਬਣਨਾ। ਹੁਣ ਸਤਿਗੁਰੂ ਇਸ ਤੋਂ ਅੱਗੇ ਚੱਲਦੇ ਹਨ। ਹੁਣ ਉਹ ਉਸ ਢੰਗ ਨੂੰ ਲੈਂਦੇ ਹਨ ਜਿਹੜਾ ਇੰਨਾ ਸਿੰਪਲ ਨਹੀਂ ਹੈ ਕਿ ਇੱਕ ਪੂਜਾ ਕਰ ਲਈ, ਖਾਸ ਢੰਗ ਨਾਲ ਪੂਜਾ ਕਰ ਲਈ ਜਾਂ ਖਾਸ ਤੀਰਥ ਦਾ ਇਸ਼ਨਾਨ ਕਰ ਲਿਆ। ਇੱਥੇ ਗੱਲ ਨਹੀਂ। ਉਹ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਹੋਰ ਕੁਝ ਲੋਕ ਐਸੇ ਵੀ ਹਨ ਜਿਹੜੇ ਕਿ ਬਹੁਤ ਮਿਹਨਤ ਵੀ ਕਰਦੇ ਹਨ। ਇਹ ਜੋ ਪੰਕਤੀਆਂ ਅਸੀਂ ਪੜ੍ਹੀਆਂ ਹਨ ਕਿ ਜੇ ਜੁਗ ਚਾਰੇ ਆਰਜਾ ਹੋਰਦ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਇਕੈ ਜਸ ਕੀਰਤ ਜਗ ਲੇ। ਇੱਥੇ ਸਤਿਗੁਰੂ ਸਾਨੂੰ ਉਹਨਾਂ ਲੋਕਾਂ ਵੱਲ ਇਸ਼ਾਰਾ ਕਰ ਰਹੇ ਹਨ ਜਿਹੜੇ ਜੋਗੀ ਲੋਕ ਲੰਬੀਆਂ ਸਾਧਨਾ ਕਰਕੇ, ਉਮਰ ਭਰ ਸਾਧਨਾ ਕਰਕੇ, ਪ੍ਰਾਣਾਯਾਮ ਕਰਕੇ, ਤਰ੍ਹਾਂ ਤਰ੍ਹਾਂ ਦੇ ਆਸਨ ਕਰਕੇ, ਸਮਾਧੀਆਂ ਲਗਾ ਕੇ, ਜੋ ਉਹਨਾਂ ਦਾ ਅਸ਼ਟਾਂਗ ਯੋਗ ਕਹਿੰਦਾ ਹੈ, ਇਸ ਕੰਮ ਦੇ ਵਿੱਚ ਪੂਰੀ ਉਮਰ ਉਹਨਾਂ ਦੀ ਲੰਘ ਜਾਂਦੀ ਹੈ ਜਾਂ ਕਈ ਦਹਾਕੇ ਮਿਹਨਤ ਕਰਨ ਤੋਂ ਬਾਅਦ ਉਹਨਾਂ ਦਾ ਟਾਰਗੇਟ ਹੁੰਦਾ ਹੈ ਕਿ ਅਸੀਂ ਸਿੱਧੀਆਂ ਪ੍ਰਾਪਤ ਕਰਨੀਆਂ। ਸਿੱਧੀਆਂ ਅਨੇਕਾਂ ਕਿਸਮ ਦੀਆਂ ਹਨ। ਆਪ ਵਾਕਿਫ ਹੋ, ਬਹੁਤ ਛੋਟੇ ਹੋ ਜਾਣਾ, ਬਹੁਤ ਵੱਡੇ ਹੋ ਜਾਣਾ, ਇੱਕ ਥਾਂ ਤੋਂ ਦੂਜੇ ਪਹੁੰਚ ਜਾਣਾ। ਇਸ ਕਿਸਮ ਦੀਆਂ ਕਈ ਸਿੱਧੀਆਂ ਗਿਣੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਵੀ ਹੈ ਕਿ ਆਪਣੀ ਆਰਜਾ ਲੰਬੀ ਕਰਨਾ। ਤਾਂ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਉਧਰ ਇਸ਼ਾਰਾ ਕੀਤਾ ਹੈ। ਹੁਣ ਜਿਹੜੇ ਐਸੇ ਲੋਕ ਹਨ ਉਹ ਲੰਬੀ ਕਮਾਈ ਕਰਕੇ, ਪੂਰਾ ਜ਼ੋਰ ਲਗਾ ਕੇ, ਯੋਗ ਦੀ ਜੁਗਤ ਕਮਾ ਕੇ ਸਿੱਧੀਆਂ ਪ੍ਰਾਪਤ ਕਰਦੇ ਹਨ, ਪਰ ਉਹਦੇ 'ਚ ਬਹੁਤ ਮਿਹਨਤ ਕਰਦੇ ਹਨ। ਇਹ ਕੋਈ ਸੌਖਾ ਕੰਮ ਨਹੀਂ ਹੈ। ਇਹ ਇੰਨਾ ਸੌਖਾ ਕੰਮ ਨਹੀਂ ਹੈ ਕਿ ਕਿਸੇ ਜਗ੍ਹਾ ਤੇ ਤੀਰਥ ਸਥਾਨ ਤੇ ਗਏ ਤੇ ਜਾ ਕੇ ਇਸ਼ਨਾਨ ਕਰਕੇ ਆ ਗਏ, ਜਾਂ ਕਿਸੇ ਮੰਦਰ ਗੁਰਦੁਆਰੇ 'ਚ ਗਏ, ਕਿਸੇ ਖਾਸ ਕਿਸਮ ਦੀ ਪੂਜਾ ਪਾਠ ਕਰਵਾ ਲਿਆ। ਤੇ ਇਹ ਇੰਨਾ ਸੌਖਾ ਕੰਮ ਨਹੀਂ ਹੈ। ਇਹ ਪੂਰੀ ਉਮਰ ਦਾ ਸੌਦਾ ਹੈ। ਕਈ ਸਾਲ ਹੋਏ ਮਿਹਨਤ ਕਰਦੇ ਰਹਿੰਦੇ ਹਨ, ਪਰ ਇਤਨੀ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਦਾ ਕੀ ਹਾਲ ਹੁੰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਕੀ ਉਹਨਾਂ ਦਾ ਅਮਲੀ ਜੀਵਨ ਚੰਗਾ ਬਣ ਗਿਆ? ਕੀ ਉਹਨਾਂ ਦੇ ਜੀਵਨ ਵਿੱਚ ਉਹ ਖਾਸੀਅਤਾਂ ਆ ਗਈਆਂ ਹਨ ਜਿਹੜੀਆਂ ਇੱਕ ਚੰਗੇ ਇਨਸਾਨ ਦੀਆਂ ਚਾਹੀਦੀਆਂ ਹਨ? ਕੀ ਸੱਚ, ਅਮਲ, ਇਹ ਸਾਰਾ ਕੁਝ ਉਹਦੇ ਜੀਵਨ ਦੇ ਵਿੱਚ ਆ ਗਿਆ ਹੈ? ਪਰ ਨਹੀਂ, ਆਪਾਂ ਇਹ ਗੱਲ ਕਹਿ ਨਹੀਂ ਸਕਦੇ, ਕਿਉਂਕਿ ਐਸੇ ਲੋਕਾਂ ਦਾ ਪੂਰਾ ਜ਼ੋਰ ਯੋਗ ਦੀ ਸਾਧਨਾ, ਯੋਗ ਦੀ ਜੁਗਤ ਦੇ ਉੱਤੇ ਲੱਗਾ ਹੁੰਦਾ ਹੈ। ਜਦੋਂ ਅਸੀਂ ਆਮ ਕਹਾਣੀਆਂ ਸੁਣਦੇ ਹਾਂ ਕਿ ਵੱਡੇ ਵੱਡੇ ਜੋਗੀ, ਸਿੱਧ, ਰਿਸ਼ੀ, ਉਹਨਾਂ ਨੂੰ ਗੁੱਸਾ ਬੜਾ ਚੜ੍ਹਦਾ ਸੀ ਤੇ ਝੱਟ ਸਰਾਪ ਦੇ ਦਿੰਦੇ ਸਨ। ਤਾਂ ਇਸ ਕਿਸਮ ਦੀਆਂ ਗੱਲਾਂ ਉਹਨਾਂ ਦੀਆਂ ਕਮੀਆਂ ਨੂੰ ਹੀ ਉਜਾਗਰ ਕਰਦੀਆਂ ਹਨ। ਪਰ ਜਦੋਂ ਇੱਕ ਬੰਦਾ ਕੋਈ ਸਿੱਧੀਆਂ ਪ੍ਰਾਪਤ ਕਰ ਲੈਂਦਾ ਹੈ ਤੇ ਦੁਨੀਆ 'ਚ ਉਹਦੀ ਰੈਪੂਟੇਸ਼ਨ ਬੜੀ ਹੋ ਜਾਂਦੀ ਹੈ ਕਿ ਇਹ ਬੜਾ ਵੱਡਾ ਜੋਗੀ ਹੈ, ਬੜਾ ਵੱਡਾ ਰਿਸ਼ੀ ਹੈ, ਬੜਾ ਵੱਡਾ ਮੁਨੀ ਹੈ, ਤੇ ਲੋਕ ਉਹਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ, ਉਹਦੇ ਅੱਗੇ ਪਿੱਛੇ ਫਿਰਨਾ ਸ਼ੁਰੂ ਕਰ ਦਿੰਦੇ ਹਨ। ਅਨੇਕਾਂ ਉਹਦੇ ਚਾਟੜੇ ਬਣ ਜਾਂਦੇ ਹਨ, ਅਨੇਕਾਂ ਉਹਦੀਆਂ ਖੁਸ਼ਾਮਦਾਂ ਕਰਨ ਵਾਲੇ, ਦਾਤਾਂ ਲੈਣ ਵਾਲੇ ਪਹੁੰਚ ਜਾਂਦੇ ਹਨ। ਇਹ ਤੁਰਤ ਫੁਰਤ ਦੇ ਸਾਧਨਾਂ ਦਾ, ਕੁਇਕ ਫਿਕਸਿਸ ਦਾ ਮਾਰਗ ਨਹੀਂ ਹੈ, ਇੱਕ ਕਰੜੀ ਮਿਹਨਤ ਦਾ ਮਾਰਗ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਕੀ ਇਹ ਵੀ ਫਲਦਾਇਕ ਹੈ? ਇੰਨੀ ਮਿਹਨਤ ਕਰਨੀ ਵੀ ਫਲਦਾਇਕ ਹੈ? ਤਾਂ ਉਹ ਕਹਿੰਦੇ ਹਨ ਕਿ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਪਰ ਜੇ ਬੰਦਾ ਇਹ ਸਾਰਾ ਕੁਝ ਪ੍ਰਾਪਤ ਕਰ ਲਵੇ, ਲੰਬੀ ਉਮਰ ਕਰ ਲਏ, ਸੰਸਾਰ ਦੇ ਵਿੱਚ ਉਹਦੀ ਪ੍ਰਸਿੱਧੀ ਹੋ ਜਾਏ, ਚੇਲੇ ਚਾਟੜੇ ਨਾਲ ਤੁਰਨ ਲੱਗ ਜਾਣ, ਸਾਰਾ ਸੰਸਾਰ ਉਹਦੀ ਸ਼ੋਭਾ ਕਰਨ ਲੱਗ ਜਾਵੇ, ਤੇ ਸਤਿਗੁਰੂ ਕਹਿੰਦੇ ਹਨ ਕਿ ਕਸਵੱਟੀ ਇਹ ਨਹੀਂ ਕਿ ਉਹ ਬੰਦਾ ਕਿਹੋ ਜਿਹਾ। ਜੇ ਉਹਨੇ ਸਾਰੀਆਂ ਚੀਜ਼ਾਂ ਪ੍ਰਾਪਤ ਵੀ ਕਰ ਲਈਆਂ ਹਨ ਤਾਂ ਉਹਦੀ ਕਸਵੱਟੀ ਇਹ ਹੈ ਕਿ ਜੇ ਤਿਸ ਨਦਰ ਨਾ ਆਓ। ਜੇ ਤਿਸ ਭਾਵ ਅਕਾਲ ਪੁਰਖ, ਨਦਰ ਭਾਵ ਉਹਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ, ਭਾਵ ਉਹਦਾ ਕਿਰਪਾ ਦਾ ਪਾਤਰ ਬਣਿਆ ਕਿ ਨਹੀਂ ਬਣਿਆ, ਤਾਂ ਫਿਰ ਇਹ ਸਾਰੀਆਂ ਪ੍ਰਾਪਤੀਆਂ ਤੋਂ ਬਾਅਦ ਵੀ ਜੇ ਉਹ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤਾਂ ਫਿਰ ਵਾਤ ਨਾ ਪੁੱਛੇ ਕਿ। ਤਾਂ ਵਾਤ ਦਾ ਅਰਥ ਹੁੰਦਾ ਹੈ ਕੋਈ ਕਿਸੇ ਦੀ ਸੁਰਤ ਲੈਣਾ, ਕਿਸੇ ਦਾ ਖਿਆਲ ਰੱਖਣਾ, ਉਹਨੂੰ ਪਾਲਣਾ, ਤੇ ਪੁੱਛੇ ਕਿ ਕੋਈ ਵੀ ਉਸ ਦੀ ਸਾਰ ਨਹੀਂ ਲੈਂਦਾ। ਤਾਂ ਉਹਦੀ ਹਾਲਤ ਉਸ ਬੰਦੇ ਵਰਗੀ ਹੈ। ਉਹ ਕਹਿੰਦੇ ਨੇ ਇੰਨਾ ਸਭ ਕੁਝ ਹੁੰਦਿਆਂ ਹੋਇਆਂ ਵੀ ਜੇ ਉਹ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਸਾਰ ਨਹੀਂ ਲੈਂਦਾ। ਇੰਨੀ ਮਾਣ ਵਡਿਆਈ ਦੁਨਿਆਵੀ ਤੌਰ ਤੇ ਬਣ ਜਾਣ ਦੇ ਬਾਅਦ ਵੀ ਉਹ ਅਸਲ ਦੇ ਵਿੱਚ
ਨਿਆਸਰਾ ਹੀ ਹੈ। ਵਾਤ ਨਾ ਪੁੱਛਿਆ ਕਿ ਭਾਵ ਉਹਨੂੰ ਕੋਈ ਨਾ ਕੋਈ ਆਸਰਾ ਦਿੰਦਾ ਹੈ ਤੇ ਨਾ ਉਹਦੀ ਕੋਈ ਪੁੱਛ ਪ੍ਰਤੀਤ ਹੁੰਦੀ ਹੈ। ਤਾਂ ਉਹਦੀ ਹਾਲਤ ਜਿਹੜੀ ਹੈ ਅੰਦਰੋਂ, ਉਹ ਇੱਕ ਨਿਆਸਰਿਆਂ ਦੀ ਵਾਲੀ ਹੈ। ਸਤਿਗੁਰੂ ਕਹਿੰਦੇ ਹਨ ਕਿ ਇਹ ਪ੍ਰਾਪਤੀਆਂ ਜੋ ਹਨ ਇਹ ਨਿਗੁਣੀਆਂ ਹਨ, ਇਹ ਵਿਅਰਥ ਹਨ, ਇਹ ਧਰਮ ਦੇ ਰਾਹ ਤੇ ਚੱਲਣ ਵਾਲੇ ਬੰਦੇ ਲਈ ਕੋਈ ਅਰਥ ਨਹੀਂ ਰੱਖਦੇ ਆ, ਕਿਉਂਕਿ ਇਹ ਸਾਰਾ ਕੁਝ ਵੀ ਲੰਬੀ ਉਮਰ ਕਰਨੀ, ਪ੍ਰਸਿੱਧੀ, ਚੇਲੇ ਚਾਟੜੇ ਆਦਿਕ, ਇਹ ਮਨੁੱਖ ਨੂੰ ਰੱਬ ਪਾਸੇ ਨਹੀਂ, ਰੱਬ ਵਾਲੇ ਪਾਸੇ ਨਹੀਂ ਲੈ ਕੇ ਗਏ। ਭਾਵੇਂ ਸੌਖੀਆਂ ਨਹੀਂ ਹਨ ਔਰ ਹੈਰਾਨ ਕਰਨ ਵਾਲੀ ਮਿਹਨਤ ਇਹਨਾਂ 'ਚ ਕਰਨੀ ਪੈਂਦੇ ਹਨ, ਪਰ ਇਹਦਾ ਫਾਇਦਾ ਕੀ ਹੋਇਆ? ਵੀ ਰਿਹਾ ਤਾਂ ਬੰਦਾ ਨਿਆਸਰੇ ਦਾ ਨਿਆਸਰਾ ਹੀ, ਰਿਹਾ ਤਾਂ ਬੰਦਾ ਨਿਕੰਮੇ ਦਾ ਨਿਕੰਮਾ ਹੀ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀ। ਕਿਉਂਕਿ ਇਹ ਕਸਵੱਟੀ ਸਤਿਗੁਰਾਂ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਉਸ ਦੀ ਨਜ਼ਰ ਦੇ ਪਾਤਰ ਬਣਨਾ ਹੈ, ਤਾਂ ਹੀ ਸਾਡਾ ਧਾਰਮਿਕ ਕਾਰਜ ਜਾਂ ਦੁਨਿਆਵੀ ਕਾਰਜ ਕਰਨੇ ਸਫਲ ਹੋ। ਤਾਂ ਐਸੇ ਬੰਦੇ ਦੀ ਹਾਲਤ ਅੱਗੇ ਸਤਿਗੁਰੂ ਹੋਰ ਬਿਆਨ ਕਰਦੇ ਹਨ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਅਜਿਹਾ ਬੰਦਾ ਕੀਟਾਂ ਅੰਦਰ ਕੀਟ, ਭਾਵ ਕੀੜਿਆਂ ਦੇ ਅੰਦਰ ਵੀ, ਕੀੜਿਆਂ ਦੇ ਵਿੱਚੋਂ ਵੀ ਕੋਈ ਕੀੜਾ, ਭਾਵ ਬਿਲਕੁਲ ਮਾਮੂਲੀ ਜਿਹੇ ਕੀੜੇ ਵਰਗੀ ਹਾਲਤ ਹੈ ਉਹਦੀ। ਸਿਰਫ ਇਤਨਾ ਹੀ ਨਹੀਂ ਕਿ ਉਹ ਅਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਬਿਲਕੁਲ ਨਿਗੂਣਾ ਜਿਹਾ, ਮਾਮੂਲੀ ਜਿਹਾ ਇੱਕ ਕੀੜੇ ਵਰਗੀ ਉਹਦੀ ਹਸਤੀ ਹੈ। ਕਰ ਦੋਸ਼ੀ, ਉਹਨੂੰ ਦੋਸ਼ੀ ਬਣਾ ਕੇ, ਕਰ ਦਾ ਮਤਲਬ ਹੁੰਦਾ ਹੈ ਕਰਕੇ, ਕਰਕੇ ਉਹਨੂੰ ਦੋਸ਼ੀ ਕਰਕੇ ਦੋਸ਼ ਧਰੇ, ਉਹਦੇ ਤੇ ਦੋਸ਼ ਲਾਉਂਦਾ ਹੈ। ਤੇ ਉਹਨੂੰ ਦੋਸ਼ੀ ਥਾਪਦਾ ਹੈ ਅਕਾਲ ਪੁਰਖ। ਦੋਸ਼ੀ ਕਿਸ ਚੀਜ਼ ਦਾ? ਕਿ ਤੈਨੂੰ ਮਨੁੱਖਾ ਜਨਮ ਦਿੱਤਾ ਸੀ ਇੱਕ ਚੰਗਾ ਇਨਸਾਨ ਬਣਨ ਦਾ, ਅਕਾਲ ਪੁਰਖ ਦੇ ਨਾਮ ਨਾਲ ਜੁੜਨ ਦਾ, ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕਰਨ ਦਾ, ਪਰ ਤੂੰ ਇਹ ਗਵਾ ਲਿਆ ਹੈ। ਇਹੀ ਤੇਰਾ ਦੋਸ਼ ਹੈ। ਜੇ ਤੂੰ ਨਾਮ ਵਿਸਾਰ ਦਿੱਤਾ ਤਾਂ ਤੇਰਾ ਇਹ ਸਾਰਾ ਕੁਝ ਜੋ ਕੀਤਾ, ਤੂੰ ਇੰਨੀਆਂ ਪ੍ਰਾਪਤੀਆਂ ਕਰ ਲਈਆਂ ਯੋਗ ਦੀ ਸਾਧਨਾ ਕਰਕੇ, ਉਹਦਾ ਕੋਈ ਫਾਇਦਾ ਨਹੀਂ ਹੈ। ਤੂੰ ਫਿਰ ਵੀ ਦੋਸ਼ੀ ਦਾ ਦੋਸ਼ੀ ਹੀ ਰਹਿ ਗਿਆ। ਤੋ ਸਤਿਗੁਰੂ ਅੱਗੇ ਕਹਿੰਦੇ ਹਨ ਕਿ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਨਿਰਗੁਣ ਦਾ ਮਤਲਬ ਹੈ ਕਿ ਗੁਣਹੀਨ ਮਨੁੱਖ ਅੰਦਰ, ਉਸ ਦੇ ਅੰਦਰ ਇੱਕ ਐਸਾ ਮਨੁੱਖ ਜਿਹੜਾ ਗੁਣਹੀਨ ਹੋਵੇ ਤੇ ਉਸ ਦੇ ਅੰਦਰ ਗੁਣ ਕਰੇ, ਕਰੇ ਭਾਵ ਉਹਦੇ ਅੰਦਰ ਗੁਣ ਪੈਦਾ ਕਰ ਦਿੰਦਾ ਹੈ ਅਕਾਲ ਪੁਰਖ। ਤੋ ਸਤਿਗੁਰੂ ਕਹਿੰਦੇ ਹਨ ਕਿ ਹੇ ਨਾਨਕ, ਉਹ ਅਕਾਲ ਪੁਰਖ ਗੁਣਹੀਨਾਂ ਵਿੱਚ ਵੀ ਗੁਣ ਕਰ ਦਿੰਦਾ, ਗੁਣ ਪੈਦਾ ਕਰ ਦਿੰਦਾ। ਮਤਾ ਅੱਗੇ ਕਹਿੰਦੇ ਗੁਣਵੰਤਿਆਂ ਗੁਣ ਦੇ। ਜਿਹੜੇ ਗੁਣਵੰਤੇ ਹਨ, ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਗੁਣ ਭਰੇ ਹੋਏ ਹਨ, ਉਹਨਾਂ ਦੇ ਉੱਤੇ ਵੀ ਅਕਾਲ ਪੁਰਖ ਕਿਰਪਾ ਕਰਦਾ ਹੈ ਕਿ ਉਹਨਾਂ ਨੂੰ ਹੋਰ ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ। ਕਿਉਂਕਿ ਸਾਰੇ ਗੁਣਾਂ ਦਾ ਦਾਤਾ ਸਤਿਗੁਰੂ ਅਕਾਲ ਪੁਰਖ ਹੈ। ਅਤੇ ਜੇ ਕਿਸੇ ਬੰਦੇ ਨੂੰ ਇਹ ਲੱਗੇ, ਅਸੀਂ ਇਹ ਸੋਚ ਸਕਦੇ ਹਾਂ ਕਿ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣਨ ਲਈ ਤਾਂ ਬਹੁਤ ਗੁਣ ਚਾਹੀਦੇ ਹਨ, ਤਾਂ ਮੇਰੇ ਵਿੱਚ ਤਾਂ ਕੋਈ ਗੁਣ ਹੈ ਨਹੀਂ, ਤਾਂ ਫਿਰ ਮੇਰੇ ਤੇ ਤਾਂ ਕਦੀ ਮਿਹਰ ਹੋ ਨਹੀਂ ਸਕਦੀ। ਮੈਂ ਤਾਂ ਗੁਣਹੀਨ ਹਾਂ, ਮੇਰੇ ਤੇ ਕਦੀ ਵੀ ਕਰਤੇ ਦੀ ਨਜ਼ਰ, ਕਿਰਪਾ, ਦ੍ਰਿਸ਼ਟੀ ਹੋ ਹੀ ਨਹੀਂ ਸਕਦੀ। ਤਾਂ ਇਸ ਕਰਕੇ ਮਤਲਬ ਇਹ ਹੋਇਆ ਕਿ ਮੇਰੀ ਵੀ ਉਹੀ ਹਾਲਤ ਰਹੇਗੀ ਜੋ ਉੱਪਰ ਦੱਸੇ ਵਿਅਕਤੀ ਦੀ ਹੈ, ਕਿ ਮੈਂ ਵੀ ਦੋਸ਼ੀ ਹੀ ਰਵਾਂਗਾ ਉਹਦੀ ਆਸ ਦੇ, ਉਹਦੇ ਹਾਜ਼ਰੀ ਦੇ ਵਿੱਚ। ਤੇ ਸਤਿਗੁਰੂ ਇੱਕ ਨਾ ਬੜਾ ਆਸ ਭਰਿਆ ਸਾਨੂੰ ਸੁਨੇਹਾ ਦਿੰਦੇ ਨੇ ਕਿ ਮਤਲਬ ਇਹ ਕੋਈ ਸੋਚੇ ਕਿ ਮੈਂ ਗੁਣਹੀਨ ਹਾਂ ਤੇ ਮੈਂ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟੀ ਪ੍ਰਾਪਤ ਨਹੀਂ ਕਰ ਸਕਦਾ। ਉਹ ਕਹਿੰਦੇ ਹਨ ਕਿ ਅਕਾਲ ਪੁਰਖ ਤਾਂ ਉਹ ਹੈ, ਉਹ ਦਾਤਾ ਹੈ ਕਿ ਜਿਹੜਾ ਨਿਗੁਣਿਆਂ ਨੂੰ ਵੀ ਗੁਣ ਦੇ ਦਿੰਦਾ। ਜੇ ਤੈਨੂੰ ਇਹ ਵੀ ਲੱਗਦਾ ਨਾ ਕਿ ਤੇਰੇ 'ਚ ਕੋਈ ਗੁਣ ਨਹੀਂ ਹੈਗਾ, ਤੇ ਅਕਾਲ ਪੁਰਖ ਦੀ ਸ਼ਰਨ ਵਿੱਚ ਜਾ, ਤੈਨੂੰ ਉਹ ਗੁਣ ਦੇਵੇਗਾ। ਸਿਰਫ ਇਹ ਹੈ ਕਿ ਉਹਨੇ ਤਾਂ ਇਹੀ ਦੇਖਣਾ ਹੈ ਕਿ ਤੂੰ ਆਪਣੇ ਆਪ ਨੂੰ ਇੱਕ ਚੰਗਾ ਮਨੁੱਖ, ਚੰਗਾ ਇਨਸਾਨ, ਜਿਹੜੇ ਗੁਣ ਅਕਾਲ ਪੁਰਖ ਦੇ ਹਨ ਉਹਨਾਂ ਵਿੱਚ ਗੁਣ ਧਾਰਨ ਦੀ ਤੂੰ ਕੋਸ਼ਿਸ਼ ਕਰ ਰਿਹਾ ਕਿ ਨਹੀਂ ਕਰ ਰਿਹਾ। ਤਾਂ ਉਹ ਇਸ ਜੋਗਾ ਅਕਾਲ ਪੁਰਖ ਸਾਨੂੰ ਉਹ ਆਪ ਕਰੇਗਾ ਕਿ ਅਸੀਂ ਉਹਦੇ ਨਜ਼ਰ ਦੇ ਪਾਤਰ ਹੋ ਜਾਈਏ। ਤੇ ਜੇ ਗੁਣਵੰਤੇ ਨੇ, ਗੁਣ ਦੂਜਿਆਂ ਦੇ ਗੁਣ ਦੇਖ ਕੇ ਤੂੰ ਨਿਰਾਸ਼ ਨਾ ਹੋ, ਸਿਰਫ ਕੋਸ਼ਿਸ਼ ਕਰ ਉਸ ਅਕਾਲ ਪੁਰਖ ਦੀ ਸ਼ਰਣੀ ਜਾ,
सतगुरु की शरणी जा। सतगुरु ने ही राह दसना है कि तू किस ढंग नाल अकाल पुरख की कृपा का पात्र बनना। तो इस करके ये एक बड़ा आस भरिया सानू सुनेहा दिंदे हन, क्योंकि पहला उन्होंने जो सानू उदाहरण दे के समझाया है वो एक बड़ी करड़ी साधना की उदाहरण दे के उन्होंने सानू समझाया है। ते अगों एक होर सानू गल समझा रहे हैं कि तेहा कोई ना सुझई जे तिस गुण कोय करे। तेहा का भाव है कि इहो जे ऐसा कोई न सुझई, मैनू ਉਹਦਾ ख्याल भी नहीं आ रहा, मैं ਲੱਭਾਂ भी तो मैनू कोई ऐसा ਲੱਭਦਾ नहीं। भाव कि ਇਹੋ ਜਿਹਾ कोई मैनू ਲੱਭਦਾ ही नहीं इस संसार ਦੇ ਵਿੱਚ ਜੇ ਤਿਸ ਜਿਹੜਾ ਤਿਸ ਭਾਵ ਇੱਕ ਨਿਰਗੁਣ ਇਨਸਾਨ ਨੂੰ, ਗੁਣਹੀਨ ਇਨਸਾਨ ਨੂੰ ਕੋਈ ਗੁਣ ਦੇ ਸਕੇ। ਗੁਣ ਕੋਏ ਕਰੇ, ਜਿਹੜਾ ਉਹਦੇ ਅੰਦਰ ਗੁਣ ਪਾ ਸਕੇ। ਸਤਿਗੁਰੂ ਕਹਿੰਦੇ ਹਨ ਕਿ ਕਿਤੇ ਇਹ ਵੀ ਭੁਲੇਖਾ ਨਾ ਖਾ ਬੈਠੀ ਕਿ ਤੈਨੂੰ ਜਿਹੜੇ ਗੁਣ ਹਨ ਉਹ ਕਿਤੇ ਹੋਰ ਵੀ ਮਿਲ ਸਕਦੇ ਹਨ। ਕੋਈ ਬੰਦਾ, ਕੋਈ ਵੀ ਇਨਸਾਨ, ਕੋਈ ਮਨੁੱਖ ਦੂਜੇ ਮਨੁੱਖ ਨੂੰ ਗੁਣਾਂ ਦਾ ਦਾਨ ਨਹੀਂ ਕਰ ਸਕਦਾ, ਗੁਣ ਨਹੀਂ ਦੇ ਸਕਦਾ। ਹਾਂ, ਉਹ ਉਹਦੀ ਮਦਦ ਕਰ ਸਕਦਾ ਹੈ, ਉਹਨੂੰ ਰਸਤਾ ਦੱਸ ਸਕਦਾ ਹੈ, ਲੇਕਿਨ ਗੁਣ ਪ੍ਰਾਪਤ ਤਾਂ ਮਨੁੱਖ ਨੂੰ ਆਪਣੀ ਮਿਹਨਤ ਦੇ ਨਾਲ, ਆਪਣੀ ਮਸ਼ੱਕਤ ਦੇ ਨਾਲ ਹੀ ਕਰਨੇ ਪੈਣੇ ਹਨ। ਉਹ ਜਦੋਂ ਮਿਹਨਤ ਕਰਦਾ ਹੈ, ਕੋਈ ਬੰਦੇ ਨੇ ਮਿਹਨਤ ਕੀਤੀ, ਉਹਨੇ ਗੁਣ ਪ੍ਰਾਪਤ ਕਰ ਲਏ, ਉਹ ਗੁਣ ਪ੍ਰਾਪਤ ਕਰਨ ਤੋਂ ਬਾਅਦ ਵੀ ਗੁਣਾਂ ਦਾ ਦਾਤਾ ਨਹੀਂ ਬਣ ਸਕਦਾ। तो सतगुरु कहते हैं कि ऐसा कोई होर मनुख भी नहीं है। तो फिर कीता की जावे? तो ਉਹਦਾ बड़ा स्पष्ट सलूशन सानू सतगुरु पहले ही दे चुके हैं पहलियां पौड़ियां दे विच ही, कि इक्को एक ढंग है कि गुरु की शरण विच पै जा, ਉਹਦੇ ਕੋਲੋਂ जाच सिख कि किवें अपने जीवन नू अमली गुणां नाल भरपूर करना। भाव औगुणां नू किस तरह त्यागना है, किवें अकाल पुरख के बख्शे हुए ਜਿਹੜੇ गुण ਹਨ ਉਹ ਪ੍ਰਗਟ ਕਰਨੇ ਹਨ। ਇਹ ਗੁਣ ਕਿਤੋਂ ਹੋਰ ਬਾਹਰੋਂ ਪ੍ਰਗਟ ਨਹੀਂ ਹੋਣੇ। ਸਤਿਗੁਰੂ ਕਹਿੰਦੇ ਹਨ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਿ ਤੇਰੀ ਮਤ ਦੇ ਵਿੱਚ ਅਨੇਕਾਂ ਰਤਨ ਜਵਾਹਰ ਮਾਣਕ ਵਰਗੇ ਗੁਣ ਜਿਹੜੇ ਨੇ ਉਹ ਪ੍ਰਗਟ ਹੋ ਜਾਣਗੇ। ਸ਼ਰਤ ਇੱਕੋ ਹੀ ਹੈ कि उस गुरु की शरण विच पै के उहदे दस्से राह दे उत्ते चलना। जे एक गुर की सिख सुनी, जे असीं गुरु के एक प्रैक्टिकल दस्से हुए अमली रस्ते के उत्ते तुरदे हां तो मनुख के अंदर अनेकां गुण पैदा हो जाएंगे। सो ये एक सतगुरु इस पौड़ी के अंत दे विच आके सानू एक मैसेज दे रहे हैं कि भावें असीं बिल्कुल निर्गुणियारे क्यों ना होइए, ਸਾਡੇ ਵਿੱਚ ਨਾ ਮਸ਼ੱਕਤ ਕਰਨ ਦੀ ਸ਼ਕਤੀ ਹੋਵੇ, ਨਾ ਕਿਸੇ ਹੋਰ ਕੰਮ ਦੀ ਸ਼ਕਤੀ ਹੋਵੇ, ਸਾਨੂੰ ਇਹ ਲੱਗੇ ਕਿ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ, ਤੇ ਤਾਂ ਵੀ ਸਤਿਗੁਰੂ ਕਹਿੰਦੇ ਹਨ ਕਿ ਤੁਸੀਂ ਇਹਦੇ ਵਿੱਚ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ, ਕਿਉਂਕਿ ਉਹ ਦਾਤਾ ਸਦਾ ਹੀ ਗੁਣਾਂ ਦਾ ਦਾਤਾ ਹੈ। ਉਹ ਦਾਤਾ ਤੇ ਇੰਨਾ ਵੱਡਾ ਦਾਤਾ ਹੈ, ਜਿਵੇਂ ਕਿ ਸਤਿਗੁਰੂ ਸਾਨੂੰ ਪਹਿਲਾਂ ਸਮਝਾ ਚੁੱਕੇ ਹਨ ਕਿ ਲੈਣ ਵਾਲੇ ਲੈ ਲੈ ਕੇ ਮੰਗਦੇ ਰਹਿੰਦੇ ਹਨ ਕਿ ਸਾਨੂੰ ਦੇ, ਸਾਨੂੰ ਦੇ, ਤੇ ਦੇਣ ਵਾਲਾ ਦਿੰਦਾ ਹੀ ਜਾਂਦਾ ਹੈ, ਦਿੰਦਾ ਹੀ ਜਾਂਦਾ ਹੈ। ਲੈਣ ਵਾਲੇ ਮਰ ਮੁੱਕ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਪਰ ਅਕਾਲ ਪੁਰਖ ਕਦੀ ਨਾ ਥੱਕਦਾ ਹੈ ਤੇ ਨਾ ਉਹਦੇ ਭੰਡਾਰ ਦੇ ਵਿੱਚ ਕਦੀ ਕੋਈ ਕਮੀ ਆਉਂਦੀ ਹੈ। ਉਹ ਦਾਤਾਰ ਅਨੇਕਾਂ ਅਣਗਿਣਤ ਦਾਤਾਂ ਦੇਣ ਵਾਲਾ ਹੈ, ਔਰ ਇਹੀ ਨਹੀਂ, ਉਹ ਇੰਨਾ ਦਿਆਲ ਹੈ ਕਿ ਉਹ ਸਭ ਨੂੰ ਦਾਤਾਂ ਦਿੰਦਾ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਹੁਣ ਇਹਦਾ ਜੋ ਪੂਰੀ ਪੌੜੀ ਦਾ ਆਪਾਂ ਸਾਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਤਿਗੁਰੂ ਕਹਿੰਦੇ ਹਨ ਕਿ ਇੱਕ ਪਾਸੇ ਜੋ ਅਸੀਂ ਤਰ੍ਹਾਂ ਤਰ੍ਹਾਂ ਦੀ ਪੂਜਾ ਕੀਤੀ, ਤੀਰਥ ਇਸ਼ਨਾਨ ਕੀਤੇ, ਇਹ ਤਾਂ ਅਸਫਲ ਹਨ ਹੀ ਹਨ, ਇਹਨਾਂ ਦੇ ਨਾਲ ਤਾਂ ਕੁਝ ਬਣਨਾ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਜੇ ਅਸੀਂ ਲੰਬੀਆਂ ਲੰਬੀਆਂ ਕੋਈ ਸਾਧਨਾ, ਯੋਗ ਸਾਧਨਾ ਉਹ ਕਰ ਲਈਏ ਤਾਂ ਵੀ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਅਸਲ ਗੱਲ ਸਤਿਗੁਰੂ ਕਹਿੰਦੇ ਹਨ ਕਿ ਸਾਨੂੰ ਆਪਣਾ ਜੀਵਨ ਚੰਗਾ ਬਣਾ ਕੇ ਉਹਦੇ ਨਦਰ ਦੇ ਪਾਤਰ ਬਣਨ ਦੀ ਹੈ। ਸ਼ੁਰੂ ਤੋਂ ਹੀ ਸਤਿਗੁਰੂ ਉਸ ਦੀ ਨਦਰ ਦੀ, ਹੁਕਮ ਦੀ ਗੱਲ ਕਰ ਰਹੇ ਹਨ
ਔਰ ਸਾਨੂੰ ਇਹ ਸਮਝਾ ਰਹੇ ਹਨ ਕਿ ਭਾਈ ਜਦ ਤੱਕ ਉਹਦੀ ਨਜ਼ਰ ਦੇ ਵਿੱਚ ਨਹੀਂ ਆਉਂਦਾ, ਜਦ ਤੱਕ ਉਹਦੇ ਹੁਕਮ ਦੇ ਵਿੱਚ ਚੱਲਣ ਦਾ, ਉਹਦੇ ਸਿਸਟਮ ਦੇ ਵਿੱਚ ਚੱਲਣ ਦਾ ਸਿਸਟਮ ਨਹੀਂ ਬਣਦਾ, ਅਸੀਂ ਆਪਣੀ ਲਾਈਫ ਨੂੰ ਉਹਦੇ ਮੁਤਾਬਕ ਨਹੀਂ ਬਣਾਉਂਦੇ, ਉਦੋਂ ਤੱਕ ਅਕਾਲ ਪੁਰਖ ਦੀ ਮਿਹਰ ਸਾਡੇ ਤੇ ਨਹੀਂ ਹੋ ਸਕਦੀ। ਤਾਂ ਭਾਵੇਂ ਅਸੀਂ ਧਾਰਮਿਕ ਰਸਤੇ ਤੇ ਚੱਲ ਕੇ ਕਿੰਨੀਆਂ ਪ੍ਰਾਪਤੀਆਂ ਕਰ ਲਈਏ, ਹਾਲਾਂਕਿ ਇਹ ਜੋ ਸਤਿਗੁਰੂ ਨੇ ਇਹਦੇ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ, ਅਸੀਂ ਇਹਨਾਂ ਦਾ ਅਰਥ ਦੁਨਿਆਵੀ ਪ੍ਰਾਪਤੀਆਂ ਨਾਲ ਵੀ ਜੋੜ ਕੇ ਕਰ ਸਕਦੇ ਹਾਂ ਕਿ ਕੋਈ ਬੰਦਾ ਦੁਨਿਆਵੀ ਪ੍ਰਾਪਤੀਆਂ ਹੀ ਇੰਨੀਆਂ ਵੱਡੀਆਂ ਕਰ ਲਵੇ ਕਿ ਸਭ ਉਹਦੇ ਅੱਗੇ ਪਿੱਛੇ ਫਿਰਦੇ ਹੋਣ, ਸਭ ਉਹਨੂੰ ਚੰਗਾ ਕਹਿੰਦੇ ਹੋਣ, ਉਹਦਾ ਜਸ ਸਾਰੇ ਪਾਸੇ ਹੋਵੇ। ਭਾਵੇਂ ਇੱਥੇ ਤਾਂ ਸਤਿਗੁਰਾਂ ਨੇ ਗੱਲ ਜਿਹੜੀ ਹੈ ਯੋਗ ਸਾਧਨਾ ਦੀ ਕੀਤੀ ਹੈ, ਪਰ ਗੱਲ ਕੀ ਕਿ ਦੁਨਿਆਵੀ ਤੌਰ ਦੇ ਉੱਤੇ ਇਹ ਜੋ ਵਾਹ ਖੱਟਣ, ਰੈਪੂਟੇਸ਼ਨ ਖੱਟਣ, ਇਨਫਲੂਐਂਸ਼ੀਅਲ ਬਣਨ, ਇਹ ਸਾਰੀਆਂ ਗੱਲਾਂ ਜੋ ਧਾਰਮਿਕ ਲੋਕ ਵੀ ਕਰਦੇ ਹਨ, ਸਿਆਸੀ ਲੋਕ ਵੀ ਕਰਦੇ ਹਨ ਤੇ ਦੁਨਿਆਵੀ ਲੋਕ ਵੀ ਕਰਦੇ ਹਨ, ਇਹਨਾਂ ਚੀਜ਼ਾਂ ਦੀ ਕਸਵੱਟੀ ਅਖੀਰ ਦੇ ਉੱਤੇ ਸਾਨੂੰ ਇੱਕ ਹੀ ਰੱਖਣੀ ਪੈਣੀ ਹੈ ਕਿ ਕੀ ਇਹ ਸਾਰਾ ਕੁਝ ਕਰਕੇ ਅਸੀਂ ਆਪਣੇ ਆਪ ਨੂੰ ਇਸ ਕਾਬਲ ਬਣਾ ਲਿਆ ਹੈ ਕਿ ਸਾਡੇ ਅੰਦਰ ਉਹ ਗੁਣ ਆ ਗਏ ਹਨ ਕਿ ਅਸੀਂ ਉਸ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਸਕੀਏ। ਜੇ ਅਸੀਂ ਨਹੀਂ ਤਾਂ ਇਹ ਸਾਰਾ ਕੁਝ ਪ੍ਰਾਪਤ ਕਰਕੇ ਵੀ ਅਸੀਂ ਬਿਲਕੁਲ ਨਿਆਸਰੇ ਦੇ ਨਿਆਸਰੇ ਹਾਂ, ਦੋਸ਼ੀ ਦੇ ਦੋਸ਼ੀ ਹਾਂ, ਨਿਗੂਣੇ ਦੇ ਨਿਗੂਣੇ ਹਾਂ, ਸਾਡੀ ਕੋਈ ਹਸਤੀ ਨਹੀਂ। ਔਰ ਇਹ ਸਭ ਕੁਝ ਪ੍ਰਾਪਤ ਕਰਕੇ ਵੀ ਜੇ ਸਾਨੂੰ ਕੁਝ ਨਹੀਂ ਮਿਲਦਾ ਤਾਂ ਇਨਸਾਨ ਦੇ ਕੋਲ ਰਸਤਾ ਕੀ ਹੈ? ਇਨਸਾਨ ਦੇ ਕੋਲ ਰਸਤਾ ਇਹੀ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਜਾਵੇ। ਉਹ ਰੱਬੀ ਗੁਣ, ਉਹ ਅਕਾਲੀ ਗੁਣ ਜੋ ਚੰਗੇ ਗੁਣ ਮੰਨੇ ਜਾਂਦੇ ਹਨ, ਹਰ ਧਾਰਮਿਕ ਬੰਦੇ ਵਿੱਚ ਮੰਨੇ ਜਾਂਦੇ ਹਨ ਕਿ ਉਹਦੇ ਵਿੱਚ ਹੋਣੇ ਚਾਹੀਦੇ ਹਨ, ਉਹਨਾਂ ਗੁਣਾਂ ਨੂੰ ਧਾਰਨ ਕਰੇ, ਗੁਰੂ ਦੀ ਸਿੱਖਿਆ ਦੇ ਉੱਤੇ ਚੱਲੇ, ਇਹ ਭਰੋਸਾ ਰੱਖੇ ਕਿ ਉਹ ਅਕਾਲ ਪੁਰਖ ਸਾਨੂੰ ਗੁਣਾਂ ਦੀ ਦਾਤ ਦੇਵੇਗਾ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੇਗਾ। ਭਾਵੇਂ ਮੈਂ ਕਿੱਡਾ ਵੱਡਾ ਦੋਸ਼ੀ ਕਿਉਂ ਨਾ ਹੋਵਾਂ, ਨਿਰਗੁਣਿਆਰਾ ਕਿਉਂ ਨਾ ਹੋਵਾਂ, ਬਿਲਕੁਲ ਨਿਰਗੁਣ ਕਿਉਂ ਨਾ ਹੋਵਾਂ, ਅਕਾਲ ਪੁਰਖ ਮੇਰੇ ਅੰਦਰ ਉਹ ਗੁਣ ਭਰੇਗਾ ਜਿਨ੍ਹਾਂ ਦੇ ਨਾਲ ਮੈਂ ਉਸ ਅਕਾਲ ਪੁਰਖ ਦੀਆਂ ਨਜ਼ਰਾਂ ਦੇ ਵਿੱਚ ਕਬੂਲ ਹੋਵਾਂਗਾ, ਉਹਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਹੋਵਾਂਗਾ। ਅਤੇ ਇਹ ਕੰਮ ਕਰਨ ਦੇ ਲਈ ਸਾਨੂੰ ਹੋਰ ਕਿਸੇ ਦੀ ਸ਼ਰਨ ਦੇ ਵਿੱਚ ਜਾਣ ਦੀ ਲੋੜ ਨਹੀਂ, ਕੇਵਲ ਤੇ ਕੇਵਲ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਉਸ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ, ਸੁਣ ਕੇ, ਧਾਰਨ ਕਰਕੇ, ਆਪਣੇ ਜੀਵਨ ਦੇ ਵਿੱਚ ਕਮਾਈ ਕਰਕੇ ਉਹ ਗੁਣ ਧਾਰਨ ਕਰਨ ਦੀ ਲੋੜ ਹੈ ਜੋ ਸਾਡੇ ਅੰਦਰ ਹੋਣੇ ਚਾਹੀਦੇ ਹਨ, ਤੇ ਤਾਂ ਹੀ ਅਸੀਂ ਉਸ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਤਾਂ ਗੱਲ ਜੇ ਦੋ ਸ਼ਬਦਾਂ ਦੇ ਵਿੱਚ ਕਹਿਣੀ ਹੋਵੇ ਤਾਂ ਇਤਨੀ ਹੀ ਬਣਦੀ ਹੈ ਕਿ ਜਦੋਂ ਤੱਕ ਸਾਡੇ ਅੰਦਰ ਪ੍ਰੈਕਟੀਕਲ ਲਾਈਫ ਦੇ ਗੁਣ ਨਹੀਂ ਆਉਂਦੇ, ਇੱਕ ਗੁਰਸਿੱਖੀ ਲਾਈਫ ਜੀਵਨ ਜੋ ਸਤਿਗੁਰੂ ਨੇ ਸਾਨੂੰ ਜੀਵਨ ਜਾਚ ਸਮਝਾਈ ਹੈ, ਉਹਦੇ ਗੁਣ ਨਹੀਂ ਆਉਂਦੇ, ਬਾਕੀ ਦੇ ਧਰਮ ਕਰਮ ਸਾਰੇ, ਭਾਵੇਂ ਉਹ ਆਸਾਨੀ ਨਾਲ ਹੋਣ ਵਾਲੇ ਹੋਣ ਜਾਂ ਕਰੜੀ ਸਾਧਨਾ ਵਾਲੇ ਹੋਣ, ਉਹਨਾਂ ਦੇ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅਸੀਂ ਜਦ ਤੱਕ ਉਹਦੀ ਨਜ਼ਰ ਦੇ ਵਿੱਚ ਨਹੀਂ, ਉਹਦੀ ਕਿਰਪਾ ਦ੍ਰਿਸ਼ਟੀ ਨਹੀਂ ਪ੍ਰਾਪਤ ਕਰਦੇ, ਉਦੋਂ ਤੱਕ ਅਸੀਂ ਉਸ ਦੇ ਦਰ ਦੇ ਉੱਤੇ ਕਬੂਲ ਨਹੀਂ ਹੋ ਸਕਦੇ। ਅਸੀਂ ਬਿਲਕੁਲ ਨਿਆਸਰਿਆਂ ਦੀ ਤਰ੍ਹਾਂ ਹੀ ਰਹਿੰਦੇ ਰਹਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਿਸਥਾਰ ਨਾਲ ਆਪ ਜਾਣਕਾਰੀ ਲਈ ਹੈ, ਜਿਹੜੀ ਪੌੜੀ 7ਵੀਂ ਪੌੜੀ ਦੀ ਵਿਚਾਰ ਪ੍ਰਭ ਕੀਰਤਨ ਸਿੰਘ ਜੀ ਨੇ ਕੀਤੀ ਹੈ। ਦੇਖੋ, ਬੜੀ ਸਾਫ਼ ਜੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸੰਸਾਰੀਆਂ ਨੂੰ ਸਮਝਾ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਦੇ ਤੋਂ ਪਹਿਲੀਆਂ ਜਿਹੜੀਆਂ ਪੌੜੀਆਂ ਆਈਆਂ, ਉਹਦੀ ਜਦੋਂ ਵਿਚਾਰ ਕਰਦੇ ਹਾਂ ਤਾਂ ਇੱਕ ਉਸ ਵੇਲੇ ਭਾਰਤੀ ਸਮਾਜ ਵਿੱਚ 3 ਆਗੂ ਸੀ। ਇੱਕ ਬ੍ਰਾਹਮਣ ਸੀ, ਇੱਕ ਯੋਗ ਮਤ ਚੱਲਦਾ ਸੀ ਤੇ ਇੱਕ ਇਸਲਾਮ ਚੱਲਦਾ ਸੀ। ਤਿੰਨਾਂ ਦਾ ਜ਼ਿਕਰ ਹੀ ਜਪ ਦੀ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ। ਪਹਿਲੀਆਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੀ ਚੜਾਈ ਜਿਹੜੀ ਸੀ, ਪਰੰਪਰਾ ਸੀ, ਉਹਦੇ ਤੇ ਸੱਟ ਮਾਰੀ ਹੈ। ਪਰ ਅੱਜ ਦੀ ਜਿਹੜੀ ਪੌੜੀ ਹੈ, ਇਹ ਯੋਗ ਮਤ ਵਾਲਿਆਂ ਦੀ ਗੱਲ ਕੀਤੀ ਹੈ। ਤਾਂ ਸਤਿਗੁਰੂ ਜੀ ਨੇ ਕਿਹਾ ਵੀ ਮੈਂ ਸਾਰੇ ਸਾਧਨ ਦੇਖ ਲਏ ਹੈ, ਹਰ ਚੀਜ਼ ਮੈਂ ਦੇਖ ਲਈ ਹੈ, ਤੇਰੇ ਗੁਣ ਗਾ ਕੇ ਦੇਖ ਲਏ ਹਨ ਇਹ ਵਾਹਿਗੁਰੂ ਜੀ, ਪਰ ਇੱਕ ਨਤੀਜਾ ਇਹ ਹੈ ਵੀ ਤੇਰੇ ਗੁਣਾਂ ਤੋਂ ਬਿਨਾਂ ਕੋਈ ਸਾਧਨ ਹੋਰ ਕੰਮ ਨਹੀਂ ਕਰਦਾ। ਗੁਣ ਤੇਰਾ ਨਾਮ ਹੈ, ਤੇਰਾ ਹੁਕਮ ਹੈ,
तेरे नाम तो बिना गीत गाउन वाले, मौन धारण ਕਰਨ वाले, तीर्थां ते इशनान ਕਰਨ वाले, ਇਹ ਭੇਖੀ ਸਭ ਦੇਖ ਲਏ ਹਨ। ਇਹ ਪਰਮਾਰਥ ਦੇ ਖੇਤਰ ਵਿੱਚ ਦੋ ਵਰਗ ਜਿਹੜੇ ਚੱਲਦੇ ਸੀ, ਇੱਕ ਸੀ ਗ੍ਰਹਿ ਜਿਹਨੂੰ ਅਸੀਂ ਗ੍ਰਸਤੀ ਕਹਿੰਦੇ ਆ, ਤੇ ਇੱਕ ਸੀ ਉਦਾਸੀ। ਪਰਮਾਰਥ ਦੇ ਖੇਤਰ ਵਿੱਚ ਦੋ ਖੇਤਰ ਜਿਹੜੇ ਇਹ ਚੱਲਦੇ ਸਨ, ਇੱਕ ਬਿਰਾਗੀਆਂ ਦਾ, ਇੱਕ ਤਿਆਗੀਆਂ ਦਾ, ਤੇ ਦੋਵੇਂ ਧਰਮੀ ਬਣਨਾ ਹੀ ਚਾਹੁੰਦੇ ਸਨ। ਇਹ ਨਹੀਂ ਵੀ ਉਹ ਧਰਮੀ ਬਣਨਾ ਨਹੀਂ ਸੀ ਚਾਹੁੰਦੇ, ਉਹ ਵੀ ਧਰਮੀ ਬਣਨਾ ਚਾਹੁੰਦੇ ਸੀ, ਕਿਉਂਕਿ ਧਰਮ ਵਿੱਚ ਵਿਸ਼ਵਾਸ ਹੈ, ਸਿਦਕ ਹੈ, ਭਰੋਸਾ ਹੈ। ਅਸੀਂ ਦੇਖਦੇ ਹਾਂ ਨਾ ਵੀ ਇਹ ਜਦੋਂ ਧਰਮ ਕੰਡਾ ਹੁੰਦਾ, ਉੱਤੇ ਲਿਖਿਆ ਧਰਮ ਕੰਡਾ ਕਿਉਂ ਲਿਖਿਆ ਹੁੰਦਾ, ਉੱਤੇ ਵਿਸ਼ਵਾਸ ਕਿਉਂ ਬਣ ਜਾਂਦਾ ਹੈ ਵੀ ਇਹਨੂੰ ਧਰਮ ਕੰਡੇ ਤੋਂ ਤਲਾ ਲਓ, ਕਿਉਂਕਿ ਧਰਮ ਤੇ ਭਰੋਸਾ ਹੈ, ਧਰਮ ਤੇ ਸਿਦਕ ਹੈ, ਧਰਮ ਤੇ ਵਿਸ਼ਵਾਸ ਹੈ, ਤਾਂ ਉਹਦਾ ਨਾਂ ਹੀ ਧਰਮ ਕੰਡਾ ਰੱਖ ਦਿੱਤਾ ਵੀ ਇਹਦੇ 'ਚ ਹੇਰਾਫੇਰੀ ਨਹੀਂ ਹੋਏਗੀ, ਭਾਵੇਂ ਕਰ ਜਿੰਨੀ ਮਰਜ਼ੀ ਲੈਣ ਧਰਮ ਦੇ ਨਾਂ ਤੇ। ਜਿਵੇਂ ਇਹ ਆਗੂ ਕਰਦੇ ਸਨ, ਉਹ ਕੰਡੇ ਵਾਲੇ ਵੀ ਕਰ ਸਕਦੇ ਨੇ, ਬਿਲਕੁਲ ਉਹੀ ਹਾਲਤ ਸੀ। ਇੱਕ ਦੋਨਾਂ ਵਰਗਾਂ ਦੇ ਉੱਤੇ ਜਿਹੜੇ ਦੋ ਵਰਗ ਸਨ, ਵੱਖਰੇ ਵੱਖਰੇ ਮਤ ਕਾਬਜ ਹੋ ਗਏ। ਇੱਕ ਗ੍ਰਸਤੀਆਂ ਦੇ ਉੱਤੇ ਕਾਬਜ ਹੋ ਗਿਆ, ਇੱਕ ਉਦਾਸੀਆਂ ਤੇ ਕਬਜ਼ਾ ਕਰਕੇ ਬੈਠ ਗਿਆ। ਜਿੰਨੇ ਗ੍ਰਸਤੀ ਸਨ ਉਹ ਬ੍ਰਾਹਮਣ ਦੇ ਅਧੀਨ ਹੋ ਗਏ, ਤੇ ਜਿਹੜੇ ਉਹ ਇਹ ਕਹਿ ਲਓ ਵੀ ਬ੍ਰਾਹਮਣ ਆਪ ਪ੍ਰੋਤ ਬਣ ਗਿਆ ਤੇ ਦੂਜਿਆਂ ਨੂੰ ਨੇ ਜਮਾਨ ਬਣਾ ਲਿਆ। ਬਿਨਾਂ ਪ੍ਰੋਤ ਤੋਂ ਪੁੱਛਣ ਤੋਂ ਕੋਈ ਵੀ ਕੰਮ ਕਰਨ ਦੀ ਆਗਿਆ ਨਹੀਂ ਸੀ। ਪ੍ਰੋਤ ਤੋਂ ਬਿਨਾਂ, ਪੁੱਛਣ ਤੋਂ ਬਿਨਾਂ ਇਸ ਸਮਾਜ ਵਿੱਚ ਕੁਝ ਵੀ ਕਰਨ ਦੀ ਆਗਿਆ ਨਹੀਂ ਸੀ। ਇਹ ਆਜ਼ਾਦੀ ਹੈ ਹੀ ਨਹੀਂ ਸੀ। ਤੇ ਦੂਜੇ ਸੀ ਤਿਆਗੀ, ਉਹਨਾਂ ਨੇ ਜੋਗੀਆਂ, ਉਹਨਾਂ ਦੇ ਉੱਤੇ ਜੋਗੀਆਂ ਨੇ ਕਬਜ਼ਾ ਕਰ ਲਿਆ। ਜਿਨ੍ਹਾਂ ਨੇ ਬਰਾਗੀ ਸਨ ਉਹ ਜੋਗੀਆਂ ਦੇ ਅਧੀਨ ਹੋ ਗਏ। ਦੋਵੇਂ ਆਗੂਆਂ ਨੇ ਵੱਖਰੇ ਵੱਖਰੇ ਹਥਿਆਰ ਵਰਤੇ। ਬ੍ਰਾਹਮਣ ਨੇ ਡਰਦਾ ਹਥਿਆਰ ਵਰਤਿਆ, ਉਹ ਤੇ ਸਵਰਗ ਤੇ ਨਰਕ ਤੋਂ ਬਚਣ ਲਈ ਸਵਰਗ ਦੇ ਲਾਲਚ ਦਾ ਹਥਿਆਰ ਵਰਤਿਆ, ਲਾਲਚ ਦਿੱਤਾ। ਨਰਕ ਦੇ ਡਰਾਵੇ ਦੇ ਕੇ ਤੇ ਸਵਰਗ ਦਾ ਲਾਲਚ ਦੇ ਕੇ ਗ੍ਰਸਤੀਆਂ ਨੂੰ ਲੁੱਟਿਆ ਜਾਂਦਾ ਸੀ। ਪਰ ਗੁਰੂ ਸਾਹਿਬ ਜੀ ਨੇ ਫੈਸਲਾ ਕਰ ਦਿੱਤਾ ਕਿ ਇਹ ਧਰਮ ਦਾ ਮਾਰਗ ਹੈ ਹੀ ਨਹੀਂ, ਨਾ ਹੀ ਇਹ ਧਰਮ ਦਾ ਮਾਰਗ ਹੈ। ਤਾਂ ਭਗਤ ਕਬੀਰ ਜੀ ਨੇ ਤਾਂ ਐਲਾਨੀਆਂ ਇਹ ਗੱਲ ਕਹਿ ਦਿੱਤੀ ਕਿ ਮੈਂ ਤਾਂ ਆਪਣੇ ਸਤਿਗੁਰੂ ਦੀ ਕਿਰਪਾ ਨਾਲ ਸਵਰਗ ਦੇ ਲਾਲਚ ਤੋਂ ਉੱਪਰ ਉੱਠ ਗਿਆ। ਮੈਂ ਤਾਂ ਸਦਾ ਪਰਮਾਤਮਾ ਦੇ ਚਰਨਾਂ ਦੀ ਮੌਜ ਮਾਣਦਾ, ਉਹਦੇ ਹੁਲਾਰੇ ਮਾਣਦਾ, ਉਹਦਾ ਆਨੰਦ ਮਾਣਦਾ। ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਜਦੋਂ ਭਗਤ ਜੀ ਦੀ ਆਪਾਂ ਗੱਲ ਪੜ੍ਹਦੇ ਹਾਂ, ਕਬੀਰ ਸੁਰਗ ਨਰਕ ਤੇ ਮੈਂ ਰਹੋ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰਾਧ। कबीर चरण कमल की मौज को कह कैसे अनुमान, कहूं कैसे उन्मान, कहबे को शोभा नहीं देखा ही परवान। देखो उन्होंने लालच तो किद्दां सानू उत्ते चुक दिता। धर्म ना तो डर नाल कमाया जा सकता, ख्याल करना, ते ना ही वो लालच नाल कमाया जा सकता। दो चीज़ां बड़ियां धर्म के खेतर च चलदियां ने। गुरु पातशाह ने आशा की वार दे विच जिहड़ी गल कीती, एक ने ही दात आपस ते जो पाई है, नानक सा करमात साहिब तुठै जे मिले। देखो फिर अगे एक ने ही चाकरी जित भो खसम ना जाए। जे डारी है तो फिर कादी चाकरी हुई। ये तो मतलब धर्म डर नाल नहीं कमाया जा सकता। नानक सेवक कांडी है, जे छेती खसम समाए, वो तो डर नहीं, ਉਹਦੇ ਚ ਲੀਨ ਹੋਣ ਦੀ ਗੱਲ ਕੀਤੀ ਹੈ। ਪਰ ਬ੍ਰਾਹਮਣ ਨੇ ਹਥਿਆਰ ਵਰਤਿਆ, ਡਰਦਾ ਉਹ ਸੀ ਸ਼ਨੀਚਰ ਦਾ ਡਰ, ਕੇਤੂ ਦਾ ਡਰ, ਤੀਰਥ ਇਸ਼ਨਾਨਾਂ ਦਾ ਡਰ, ਮੌਨ ਧਾਰਨ ਦਾ। ਇਹ ਸਾਰਾ ਕੁਝ ਜਿਹੜਾ ਸੀ ਇਹ ਬ੍ਰਾਹਮਣ ਨੇ ਹਥਿਆਰ ਵਰਤ ਲਿਆ, ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਪਹਿਲੀਆਂ ਪੌੜੀਆਂ 'ਚ ਕਰਤਾ ਵੀ ਇਹਨਾਂ ਲੋਕਾਂ ਨੂੰ ਡਰਾ ਦਿਓ, ਡਰਾ ਕੇ ਇਹਨੂੰ ਆਪਣੇ ਮਗਰ ਲਾ ਲਓ, ਲੁੱਟ ਲਓ, ਜਿੰਨੀ ਲੁੱਟ ਖਸੁੱਟ ਹੋ ਸਕਦੀ ਹੈ ਉਨੀ ਲੁੱਟ ਖਸੁੱਟ ਜਿਹੜੀ ਸੀ ਉਹ ਕਰ ਲਈ ਹੈ। ਹੁਣ ਜੋ ਲਾਲਚ ਦਾ ਹਥਿਆਰ ਸੀ ਜੋਗੀਆਂ ਨੇ ਵਰਤਿਆ। ਹੁਣ ਜੋਗੀਆਂ ਨੇ ਕੀ ਹਥਿਆਰ ਵਰਤਿਆ? ਗੁਰੂ ਨਾਨਕ ਸਾਹਿਬ ਨੂੰ ਵੀ ਜਦੋਂ ਸਵੇਰ ਤੇ ਜਾਂਦੇ ਨੇ ਤੇ ਖੱਪਰ ਦਿੱਤਾ, ਜਾ ਪਾਣੀ ਦਾ ਭਰ ਕੇ ਲਿਆ। ਵੀ ਉਹਨਾਂ ਦਾ ਇਹ ਸੀ ਵੀ ਗ੍ਰਸਤੀ ਲਾਲਚੀ ਹੁੰਦੇ ਨੇ। ਗੁਰੂ ਨਾਨਕ ਵੀ ਜਾਏਗਾ ਉੱਥੇ ਪਾਣੀ ਦੇ ਉੱਥੇ ਹੀਰੇ ਲਾਲ, ਅਸੀਂ ਸਿੱਧਾਂ ਨਾਲ ਤਾਕਤਾਂ ਨਾਲ ਉੱਥੇ ਹੀਰੇ ਲਾਲ ਜਵਾਹਰਾਤ ਦੇ ਢੇਰ ਲਾ ਦੇਵਾਂਗੇ। ਤੇ ਗੁਰੂ ਨਾਨਕ ਵੀ ਲਾਲਚੀ ਹੋਏਗਾ, ਗ੍ਰਸਤੀ ਹੈ। ਇਹ ਲਾਲਚ ਦਾ ਹਥਿਆਰ ਗੁਰੂ ਨਾਨਕ ਦੇ ਅੱਗੇ ਫੇਲ ਹੋ ਗਿਆ। ਜਦੋਂ ਉਹਨਾਂ ਪੁੱਛਿਆ ਨਾ ਤੂੰ ਪਾਣੀ ਨਹੀਂ ਲਿਆਇਆ, ਤੇ ਗੁਰੂ ਸਾਹਿਬ ਨੇ ਕਿਹਾ ਉੱਥੇ ਪਾਣੀ ਨਹੀਂ ਸੀ। ਉਹਨਾਂ ਪੁੱਛਿਆ ਜੇ ਪਾਣੀ ਨਹੀਂ ਸੀ ਤਾਂ ਉੱਥੇ ਹੋਰ ਕੀ ਸੀ? ਤਾਂ ਅੱਗੋਂ ਗੁਰੂ ਨਾਨਕ ਸਾਹਿਬ ਕਹਿੰਦੇ ਲੈਣ ਮੈਂ ਪਾਣੀ ਗਿਆ ਸੀ, ਮੇਰਾ ਹੋਰ ਚੀਜ਼ਾਂ ਨਾਲ ਕੀ ਵਾਸਤਾ। ਦੇਖੋ ਕਮਾਲ ਦਾ ਜਵਾਬ ਗੁਰੂ ਨਾਨਕ ਪਾਤਸ਼ਾਹ ਦਾ ਹੈ।
ਵੀ ਜੋਗੀਆਂ ਦਾ ਲਾਲਚ ਦਾ ਹਥਿਆਰ ਜਿਹੜਾ ਸੀ ਉਹ ਵੀ ਉੱਥੇ ਫੇਲ ਹੋ ਗਿਆ। ਇਹ ਆਪਣੀਆਂ ਸ਼ਕਤੀਆਂ ਦਾ ਦਿਖਾਵਾ ਕਰਦੇ ਸੀ, ਤੇ ਗੁਰੂ ਨਾਨਕ ਜੀ ਨੇ ਤਾਂ ਸਾਨੂੰ ਦੋਨਾਂ ਤੋਂ ਹੀ ਉੱਪਰ ਚੁੱਕਿਆ। ਇਹ ਜਿਹੜੀ ਪੌੜੀ ਚੱਲੀ ਆ ਨਾ ਅੱਜ, ਜਿਹੜੀ ਸਾਨੂੰ 7ਵੀਂ ਪੌੜੀ ਦੀ ਗੁਰੂ ਪਾਤਸ਼ਾਹ ਜੀ ਨੇ ਅਸੀਂ ਸੁਣੀ ਹੈ ਹੁਣੇ ਵਿਚਾਰ, ਦੇਖੋ ਗੁਰੂ ਸਾਹਿਬ ਜੀ ਨੇ ਪਹਿਲਾਂ ਬ੍ਰਾਹਮਣ ਦੇ ਡਰ ਤੋਂ ਉੱਤੇ ਚੁੱਕਿਆ, ਹੁਣ ਜੋਗੀਆਂ ਦੇ ਲਾਲਚ ਤੋਂ ਉੱਤੇ ਚੁੱਕਿਆ, ਵੀ ਜਿਹੜੇ ਉਹਨਾਂ ਨੇ ਸਮਾਜ ਨੂੰ ਦੇ ਕੇ ਸਾਨੂੰ ਇਹਦੇ ਦੇ ਉੱਤੇ ਇਹ ਸਾਨੂੰ ਧਰਮੀ ਬਣਾਉਂਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਉਮਰ ਵੱਧ ਘੱਟ ਕਰਨਾ ਮਨੁੱਖ ਦੇ ਵੱਸ ਨਹੀਂ ਹੈ। ਕਹਿਣ ਲੱਗੇ ਜੋਗੀ ਹੋ, ਤੁਸੀਂ ਵੀ ਜੋਗੀ ਹੋ ਤੇ ਮੈਂ ਵੀ ਜੋਗੀ ਹਾਂ। ਜੋਗੀ ਦਾ ਮਤਲਬ ਜੁੜਨਾ ਹੈ, ਜੋਗੀ ਦਾ ਮਤਲਬ ਕੋਈ ਤਾਂ ਨਹੀਂ ਵੀ ਕੋਈ ਭੇਖ ਦਾ ਨਾ, ਜੋਗੀ ਦਾ ਅਰਥ ਜੋਗ ਹੈ, ਜੁੜਨਾ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਤੁਸੀਂ ਵੀ ਜੋਗੀ ਹੋ, ਮੈਂ ਵੀ ਜੋਗੀ ਹਾਂ, ਪਰ ਉਮਰ ਵੱਧ ਘੱਟ ਕਰ ਲੈਣਾ ਇਹ ਕੋਈ ਧਰਮ ਦਾ ਮਾਰਗ ਨਹੀਂ ਹੈ। ਤੁਸੀਂ 10ਵਾਂ ਅਧਿਕਾਰ 'ਚ ਜਾ ਕੇ ਆਪਣਾ ਸਵਾਸ ਟਿਕਾ ਲੈਂਦੇ ਹੋ, ਤੁਹਾਡਾ ਜੋਗ ਉਹ ਹੈ। ਮੇਰਾ ਜੋਗ ਹੈ ਸ਼ਬਦ ਨੂੰ ਹਿਰਦੇ 'ਚ ਟਿਕਾਉਣਾ ਤੇ ਹੁਕਮ ਰਜਾਈ ਵੀ ਚੱਲਣਾ। ਮੇਰਾ ਜੋਗ ਇਹ ਹੈ, ਦੋਨਾਂ ਜੋਗ ਦਾ ਫਰਕ ਹੈ। ਤੁਹਾਡਾ ਜੋਗ ਉਮਰ ਲੰਬੀ ਕਰਨੀ ਹੈ। ਮੇਰੇ ਮਤ ਅਨੁਸਾਰ ਸ਼ਬਦ ਰੂਪੀ ਪਵਨ ਦੇ ਨਾਲ ਜੇਕਰ ਉਮਰ ਕਰੋੜਾਂ ਸਾਲ ਵੀ ਹੋ ਜਾਏ, ਗੁਰੂ ਸਾਹਿਬ ਕਹਿੰਦੇ ਖਾਣਾ ਪੀਣਾ ਜੇ ਮੈਂ ਸਾਰਾ ਕੁਝ ਤਿਆਗ ਵੀ ਦਿਆਂ, ਛੱਡ ਵੀ ਦਿਆਂ, ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਧਰਮ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਕੋਟ ਕੋਟ ਮੇਰੀ ਆਰਜਾ ਪਵਨ ਪੀਓ ਨਾ ਪਿਆਓ ਸ਼ਬਦ ਅਸੀਂ ਪੜ੍ਹਦੇ ਹਾਂ ਸ੍ਰੀ ਰਾਗ 'ਚ ਗੁਰੂ ਨਾਨਕ ਸਾਹਿਬ ਦਾ ਆਉਂਦਾ। ਚੰਦ ਸੂਰਜ ਦੇ ਗੁਫੇ ਨਾ ਦੇਖਾਂ, ਸੁਪਨੇ ਸੌ ਨਾ ਠਾਉ, ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾਉ। ਫਿਰ ਵੀ ਤੇਰੇ ਅੱਖਾਂ ਨਾ ਨਹੀਂ ਕਹਿ ਸਕਦੇ। ਜੋਗੀ ਨੂੰ ਇਹ ਕਹਿੰਦੇ ਜੋਗੀ ਤੂੰ ਉਮਰ ਤਾਂ ਵਧਾਉਣਾ ਤੈਨੂੰ ਮੌਤ ਤੋਂ ਡਰ ਲੱਗਦਾ। ਦੇਖੋ ਹੁਣ ਇਹ ਮੌਤ ਦਾ ਡਰ ਬੜਾ, ਪਰ ਮੈਂ ਇਹ ਡਰਦਾ ਨਹੀਂ ਇਹਦੇ ਤੋਂ। ਉਮਰਾਂ ਲੰਮੀਆਂ ਕਰਦਾ ਇਸ ਕਰਕੇ ਵੀ ਮੈਂ ਮਰ ਨਾ ਜਾਵਾਂ, ਕਿ ਕਿਤੇ ਮੇਰੀ ਮੌਤ ਨਾ ਹੋ ਜਾਏ, ਮੇਰਾ ਅੰਤਰਾ ਹੋ ਜਾਏ। ਪਰ ਜੀਵਨ ਤੇ ਮਰਨ ਵਿੱਚ ਮੈਨੂੰ ਕੋਈ ਭੇਦ ਹੀ ਨਹੀਂ ਹੈ। ਗੁਰੂ ਨਾਨਕ ਦਾ ਮਤ ਇਹ ਕਹਿੰਦਾ ਵੀ ਜੀਵਨ ਮੌਤ ਦਾ ਭੇਦ ਹੀ ਕੋਈ ਨਹੀਂ। ਜੇ ਜਨਮ ਉਹਦੇ ਹੁਕਮ 'ਚ ਹੈ, ਮੌਤ ਵੀ ਉਹਦੇ ਹੁਕਮ 'ਚ ਹੈ। ਇਹ ਸਿੱਖ ਕੌਮ ਦੇ ਗੁਰੂ ਨਾਨਕ ਦੇ ਮਤ ਵਿੱਚ ਸ਼ਹੀਦ ਹੀ ਇਸੇ ਸਿਧਾਂਤ ਦੇ ਉੱਤੇ ਹੋਏ ਨੇ, ਜਿਨ੍ਹਾਂ ਨੇ ਜਨਮ ਤੇ ਮੌਤ ਦੇ ਭੇਦ ਨੂੰ ਮਿਟਾ ਦਿੱਤਾ ਸੀ। ਜੇ ਉਹਨਾਂ ਦੇ ਜਨਮ ਤੇ ਮੌਤ ਦਾ ਭੇ ਜਾਂ ਜਨਮ ਦੀ ਖੁਸ਼ੀ ਜਾਂ ਮੌਤ ਦਾ ਡਰ ਹੁੰਦਾ ਤਾਂ ਉਹ ਸ਼ਹੀਦੀ ਦੀ ਡਿਗਰੀ ਲੈਣੀ ਕੋਈ ਸੌਖੀ ਬਾਤ ਨਹੀਂ ਹੈ। ਬੰਦ ਕਟਾਉਣੇ ਕੋਈ ਸੌਖੀ ਬਾਤ ਨਹੀਂ ਹੈ। ਸਿਰ ਤੇ ਆਰਾ ਰਖਾ ਕੇ ਦਫਾੜ ਕਰਾ ਲੈਣਾ ਕੋਈ ਸੌਖੀ ਬਾਤ ਨਹੀਂ ਹੈ। ਤੱਤੀ ਤਵੀ ਤੇ ਬੈਠ ਜਾਣਾ ਕੋਈ ਸੌਖੀ ਬਾਤ ਨਹੀਂ ਹੈ। ਇਹ ਸ਼ਹੀਦ ਦੀ ਪਦਵੀ ਉਹਨੂੰ ਮਿਲਦੀ ਹੈ ਜਿਹੜਾ ਮੌਤ ਦੇ ਡਰ ਤੋਂ ਉੱਚਾ ਉੱਠ ਜਾਂਦਾ। ਜਿਹਦੇ ਅੰਦਰ ਮੌਤ ਹੈ ਉਹ ਤਾਂ ਸ਼ਹੀਦ ਹੁੰਦਾ ਹੀ ਨਹੀਂ। ਤੇ ਗੁਰੂ ਨਾਨਕ ਨੇ ਮੱਤ ਨੇ ਤਾਂ ਸ਼ਹੀਦ ਹੀ ਸ਼ਹੀਦ ਪੈਦਾ ਕਰ ਦਿੱਤੇ। ਅੱਜ ਮੌਜੂਦਾ ਸਮੇਂ 'ਚ ਵੀ ਦੇਖਦੇ ਹਾਂ, ਪਿਛਲੀ ਸਦੀ 'ਚ ਵੀ ਦੇਖਿਆ, ਸ਼ਹੀਦਾਂ ਦੀ ਤਾਂ ਲਾਈਨ ਲੱਗੀ ਹੋਈ ਗੁਰੂ ਨਾਨਕ ਦੇ ਮੱਤ ਵਿੱਚ। ਕਿਉਂਕਿ ਮੌਤ ਦਾ ਡਰ ਇਹਨਾਂ ਦੇ ਵਿੱਚੋਂ ਨਿਕਲ ਗਿਆ ਸੀ। ਕਹਿੰਦੇ ਜੋਗੀ ਤੂੰ ਡਰਦਾ ਹੈ ਤਾਂ ਤੂੰ ਕਹਿੰਦਾ ਮੇਰੀ ਉਮਰ ਲੰਬੀ ਹੋ ਜਾਏ। ਮੌਤ ਤੋਂ ਤੇਰਾ ਡਰ ਹੈ, ਤੇਰੇ ਕੋਲ ਹੱਠ ਹੈ ਤੇ ਮੇਰੇ ਕੋਲ ਸਹਿਜ ਹੈ। ਬਸ ਇਹ ਗੱਲ ਗੁਰੂ ਪਾਤਸ਼ਾਹ ਨੇ ਸਮਝੀ ਵੀ ਸਹਿਜ ਮਰਨ ਜੀਵਨ ਤੋਂ ਉੱਪਰ ਹੈ। ਜਿਹੜਾ ਸਹਿਜ ਹੈ ਉਹ ਨਾ ਜੀਵਨ ਦੇ ਉੱਤੇ ਹੈ ਨਾ ਉਹਦੇ 'ਚ ਮੌਤ ਦੀ ਕੋਈ ਗੱਲ ਹੈ। ਸਵਾਸ ਨਹੀਂ ਵੱਧਦੇ ਪਰ ਰੋਕੇ ਜਾ ਸਕਦੇ ਆ। ਉਮਰ ਨਹੀਂ ਵਧਣੀ, ਤੂੰ ਰੋਕ ਸਕਦਾ ਹੈ। ਉਮਰ ਦਾ ਤੇ ਟਿਕਾ ਜਾ ਨਹੀਂ ਹੈ। ਤਾਂ ਸਿੱਧਾ ਨੂੰ ਇਸ ਗੱਲ ਦਾ ਮਾਣ ਸੀ, ਹੰਕਾਰ ਸੀ ਕਿ ਉਹ ਆਪਣੀ ਸਾਧਨਾ ਨਾਲ, ਆਪਣੀ ਸ਼ਕਤੀ ਦੇ ਨਾਲ, ਆਪਣੀ ਤਾਕਤ ਦੇ ਨਾਲ ਉਮਰ ਦਾ ਵਾਧਾ ਕਰ ਸਕਦੇ ਨੇ, ਲੋਕਾਂ ਦੀਆਂ ਮਨ ਭਾਉਂਦੀਆਂ ਲੋੜਾਂ ਦੀ ਪੂਰਤੀ ਕਰ ਸਕਦੇ ਨੇ। ਅਜਿਹੇ ਲਾਲਚ ਦੇ ਕੇ ਉਹਨਾਂ ਨੇ ਆਪਣੇ ਚੇਲੇ ਚਾਟੜੇ ਬਣਾਉਣ ਦਾ ਬੜਾ ਅਡੰਬਰ ਬਣਾਇਆ ਸੀ। ਕਈ ਪ੍ਰਕਾਰ ਦੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਲੋਕਾਂ ਨੂੰ ਸਵੀਕਾਰ ਲੋਕੀ ਝੱਟ ਪ੍ਰਵਾਨ ਕਰ ਲੈਂਦੇ ਸੀ। ਕੋਈ ਲਾਲਚ ਹੈ ਧਰਮ ਦੇ ਵਿੱਚ, ਇਹ ਲਾਲਚ ਆ ਬੜਿਆ। ਲਾਲਚੀ ਸੀ, ਸੁਭਾਅ ਲਾਲਚੀ ਸੀ, ਉਹਨਾਂ ਨੇ ਉਹਨਾਂ ਨੂੰ ਪ੍ਰਵਾਨ ਕਰ ਲਿਆ। ਪਰ ਗੁਰੂ ਬਾਬੇ ਨੇ ਸਿੱਧੀ ਗੱਲ ਕਰ ਦਿੱਤੀ ਵੀ ਜੇ ਪਰਮੇਸ਼ਰ ਦਾ ਭਜਨ ਨਹੀਂ ਹੈ, ਬੰਦਗੀ ਨਹੀਂ ਹੈ, 4 ਯੁਗਾਂ ਦੀ ਥਾਂ ਤੇ 10 ਗੁਣਾ ਉਮਰ ਹੋ ਜਾਏ ਉਸ ਦਾ ਵੀ ਕੀ ਲਾਭ, ਜੇ ਉਸ ਤੋਂ ਵੀ ਜ਼ਿਆਦਾ ਹੋ ਜਾਏ ਉਹਦਾ ਵੀ ਕੀ ਲਾਭ। ਜੇ ਮਨੁੱਖ ਗੁਰਦੁਆਰੇ ਹੀ ਨਾ ਗਿਆ, ਸਤ ਸੰਗਤ ਹੀ ਨਾ ਕੀਤੀ, ਧੁਰੋਂ ਧੁਰਕੀ ਬਾਣੀ ਅੰਮ੍ਰਿਤ ਬਾਣੀ ਦਾ ਅਭਿਆਸ ਨਾ ਕੀਤਾ, ਸ਼ਬਦ ਪੜ੍ਹਿਆ ਨਹੀਂ, ਸ਼ਬਦ ਸੁਣਿਆ ਨਹੀਂ, ਸ਼ਬਦ ਦੀ ਪਛਾਣ ਨਾ ਕੀਤੀ, ਤਾਂ ਦੁਨਿਆਵੀ ਆਦਰ ਕਿਸ ਲੇਖੇ, ਦੁਨਿਆਵੀ ਮਾਨ ਕਿਸ ਲੇਖੇ, ਦੁਨੀਆ ਦੀ ਵਡਿਆਈ ਕਿਸ ਲੇਖੇ। ਇਹ ਤਾਂ ਗੁਰੂ ਸਾਹਿਬ ਕਹਿੰਦੇ ਮੈਂ ਅੱਗ 'ਚ ਪਾ ਕੇ ਸਾੜ ਦਿਆਂ। ਜਿੱਥੇ ਦੁਨੀਆ ਦੀ ਵਡਿਆਈ ਹੈ ਉੱਥੇ ਕਰਤੇ ਦੇ ਘਰ ਦਾ ਮਾਨ ਨਹੀਂ ਹੈ। ਜਿੱਥੇ ਦੁਨੀਆ ਦਾ ਆਦਰ ਮਾਨ ਹੈ ਉੱਥੇ ਕਰਤੇ ਦੇ ਘਰ ਤੋਂ ਇਸ ਤਰ੍ਹਾਂ ਮਾਨ ਨਹੀਂ ਮਿਲਦਾ। ਇੱਥੇ ਤਾਂ ਨਿਮਾਣੇ ਹੋ ਕੇ ਮਾਨ ਮਿਲਦਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਵਸਤੂ ਵੀ ਰੱਬ ਦੀ ਦਰਗਾਹ ਵਿੱਚ ਜਾ ਕੇ ਕਬੂਲ ਨਹੀਂ ਹੁੰਦੀ। ਭਾਵ ਰੱਬ ਦੇ ਘਰ ਵਿੱਚ ਪਰਵਾਰ ਨਹੀਂ ਹੁੰਦੀ। ਸਿਰਫ ਪਛਤਾਵਾ ਹੀ ਪੱਲੇ ਪੈਂਦਾ। ਅਖੀਰ ਤੇ ਜਾ ਕੇ ਪਛਤਾਵਾ ਹੀ ਪੱਲੇ ਪੈਂਦਾ ਕਿ ਸੱਚਾ ਨਾਮ ਹੀ ਇੱਕ ਅਥਾਹ ਸ਼ਕਤੀ ਹੈ। ਹੁਕਮ ਰਜ਼ਾਈ ਚੱਲਣਾ ਹੀ ਇੱਕ ਸ਼ਕਤੀ ਹੈ ਜੋ ਨਿਰਗੁਣ, ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ, ਉਹਨਾਂ ਨੂੰ ਵੀ ਗੁਣਵਾਨ ਬਣਾ ਦਿੰਦੀ ਹੈ।
ਉਹ ਸ਼ਕਤੀ ਹੈ, ਉਹ ਹੁਕਮ ਰਜ਼ਾਈ ਹੁਕਮੀ ਬੰਦਾ ਹੈ, ਉਹ ਤਾਕਤ ਮਾਲਕ ਦੇ ਹੱਥ ਵਿੱਚ ਹੈ। ਉਸ ਪਰਮੇਸ਼ਰ ਦੇ ਹੱਥ 'ਚ ਇੱਕ ਐਸੀ ਤਾਕਤ ਹੈ ਜਿਹੜੀ ਉਸਨੇ ਸਾਨੂੰ ਪ੍ਰਦਾਨ ਕੀਤੀ ਹੈ, ਉਹ ਹੈ ਹੁਕਮ ਰਜ਼ਾਈ ਚੱਲਣਾ। ਜਿਹੜਾ ਹੁਕਮ ਰਜ਼ਾਈ ਚੱਲਦਾ, ਹੁਣ ਗੱਲ ਫਿਰ ਹੁਕਮ ਦੀ ਆ ਰਹੀ ਹੈ ਵੀ ਹੁਕਮ ਰਜ਼ਾਈ ਚੱਲ ਕੇ ਜਿਹੜਾ ਜੀਵਨ ਜਿਉਣਾ ਚਾਹੁੰਦਾ ਹੈ, ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ, ਨਾ ਬ੍ਰਾਹਮਣ ਦੇ ਡਰ ਤੇ ਨਾ ਜੋਗੀਆਂ ਦੇ ਲਾਲਚ ਵਿੱਚ, ਨਾ ਹੀ ਉਮਰਾਂ ਵਧਾਉਣ ਦੀ ਗੱਲ ਕਰਦਾ, ਨਾ ਘੱਟ ਕਰਦਾ। ਉਹ ਤਾਂ ਪਤਾ ਵੀ ਮੇਰਾ ਮਾਲਕ ਹੀ ਮੈਨੂੰ ਗੁਣ ਦੇਣ ਵਾਲਾ ਹੈ। ਗੱਲ ਸਾਰੀ ਹੁਕਮ ਰਜ਼ਾਈ ਚੱਲਣ ਦੇ ਖੇਡ ਦੇ ਨਾਲ ਹੀ ਬੱਝੀ ਹੋਈ ਹੈ ਜਪ ਬਾਣੀ ਦੀ। ਤੇ ਜਦੋਂ ਅਸੀਂ ਜਪ ਬਾਣੀ ਦੀ ਵਿਚਾਰ ਕਰਦੇ ਹਾਂ, ਸਮਝਦੇ ਹਾਂ, ਕਿੰਨੇ ਵਧੀਆ ਗੱਲਾਂ ਅੱਜ ਆਪਾਂ ਸਮਝੀਆਂ ਵੀਰ ਪ੍ਰਭ ਕੀਰਤਨ ਸਿੰਘ ਜੀ ਕੋਲੋਂ, ਜਿਨ੍ਹਾਂ ਨੇ ਇਹ ਵਿਚਾਰ ਕਰਕੇ ਸਾਨੂੰ ਦੱਸਿਆ। ਤਤ ਸਾਰ ਜਿਹੜਾ ਬੜਾ ਸਿੱਧਾ ਜਿਹਾ ਹੈਗਾ ਵੀ ਪਰਮਾਤਮਾ ਜਿਹੜਾ ਉਹ ਖਿੰਨ ਵਿੱਚ ਭਰ ਦਿੰਦਾ ਹੈ, ਖਿੰਨ ਵਿੱਚ ਤਾਂ ਖਾਲੀ ਕਰ ਸਕਦਾ ਹੈ। ਤੇਰਾ ਡਰ ਤੇ ਤੇਰਾ ਲਾਲਚ ਕੀ ਕਰੇਗਾ। ਛਿਨ ਮੈਂ ਰਾਓ ਰੰਕ ਕੋ ਕਰਹੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਜੈ ਤਾਂ ਕੋ ਵਿਹਾਰੇ। ਇਹ ਤਾਂ ਮਾਲਕ ਦੀ ਖੇਡ ਹੈ। ਤੂੰ ਲਾਲਚ ਕੀ ਕਰੇਗਾ, ਤੂੰ ਡਰਾਵਾ ਤੇਰਾ ਕੀ ਕਰੇਗਾ, ਕੀ ਕਰੇਗਾ ਇਹਨਾਂ ਚੀਜ਼ਾਂ ਦੀ। ਮੁਕਤ ਕੀ ਹੈ ਜੇ ਤਿਸ ਨਜ਼ਰ ਨਾ ਆਵੇ, ਜੇ ਉਹਦੀ ਨਜ਼ਰ ਹੀ ਨਹੀਂ ਹੋਈ, ਭਾਵ ਉਹਦੀ ਦਰ ਤੇ ਪ੍ਰਵਾਨ ਨਹੀਂ ਹੋਇਆ। ਪ੍ਰਵਾਨ ਹੋਣਾ ਹੁਕਮ ਮੰਨ ਕੇ। ਪ੍ਰਵਾਨ ਦਾ ਇੱਕੋ ਹੀ ਢੰਗ ਹੈ, ਆਪਣਾ ਸੁਭਾਅ, ਉਹਦੇ ਸੁਭਾਅ ਭਾਵ ਉਹਦੇ ਗੁਣਾਂ ਨੂੰ ਆਪਣੇ ਗੁਣਾਂ ਅੰਦਰ ਧਾਰਨ ਕਰਨਾ। ਇਹ ਸਤਵੀਂ ਪੌੜੀ ਦੀ ਵਿਚਾਰ ਵੀ ਗੁਰੂ ਪਾਤਸ਼ਾਹ ਨੇ ਹੁਕਮ ਰਜ਼ਾਈ ਚੱਲਣ ਦੇ ਨਾਲ ਹੀ ਜੋੜ ਕੇ ਸਾਨੂੰ ਹੋਰ ਹੁਕਮੀ ਬੰਦਾ ਬਣਨ ਦੀ ਜਾਚ ਜਿਹੜੀ ਹੈ ਉਹ ਸਿਖਾਈ ਹੈ। ਤਾਂ ਬਹੁਤ ਬਹੁਤ ਧੰਨਵਾਦ ਜੀ ਪ੍ਰਭ ਕੀਰਤਨ ਸਿੰਘ ਜੀ ਦਾ। ਕੱਲ ਅਗਲੀਆਂ ਪੌੜੀਆਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨਗੇ। ਤਹਿ ਦਿਲੋਂ ਧੰਨਵਾਦ। ਮੈਂ ਵੀਰ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ, ਜਿਹੜਾ ਵੀ ਕੋਈ ਕੁਐਸਚਨ ਜਾਂ ਕੋਈ ਨਵੇਂ ਸਰੋਤੇ ਹਨ, ਉਹਨਾਂ ਦਾ ਇੰਟਰੋਡਕਸ਼ਨ ਕਰਾਤੀ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।